सजन सचा पातशाह सिर सांद साहो जिस पास बैठिया सबना दावेस जिस पास बैठिया सोही है सबना दावेसाहो। पुनः सिख सब लगे सुनावना आवही भा प्रताप गुर पावना। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਕੀ ਸਾਧ ਸੰਗਤ ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ। ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਜੋ ਜੀਵਨ ਦੀ ਕਥਾ ਆਪਾਂ ਸਰਵਣ ਕਰਦੇ ਹਾਂ, ਕੁਝ ਸਮੇਂ ਵਾਸਤੇ ਆਪਣੇ ਮਨ ਦਾ ਧਿਆਨ ਟਿਕਾ ਕੇ ਇਸ ਪਵਿੱਤਰ ਇਤਿਹਾਸ ਨੂੰ ਸਰਵਣ ਕਰੀਏ। ਪਿਛਲੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਲੱਖੀ ਸ਼ਾਹ ਬੰਜਾਰਾ ਜੋ ਸਿੱਖ ਹੈ ਇਹ ਚੱਲ ਕੇ ਆਇਆ ਹੈ। ਮਹਾਰਾਜ ਜੀਆਂ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਬਾਰੇ ਇਸ ਦੇ ਕੋਲੋਂ ਪੁੱਛਿਆ ਹੈ। ਇਸ ਨੇ ਦੱਸਿਆ ਮਹਾਰਾਜ ਸਾਹਿਬ ਜੀਆਂ ਨੂੰ ਅਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ। ਸਤਿਗੁਰੂ ਕਹਿਣ ਲੱਗੇ ਤੇਰਾ ਜੰਮਣ ਮਰਨ ਕੱਟਿਆ ਗਿਆ ਭਾਈ ਲੱਖੀ ਸ਼ਾਹ। ਦੂਜਾ ਬਚਨ ਮਹਾਰਾਜ ਨੇ ਆਖਿਆ ਤੇਰੀ ਵੇਲ ਤੇਰੀ ਸੰਤਾਨ ਬਹੁਤ ਜ਼ਿਆਦਾ ਵਧੇਗੀ। ਤੀਜਾ ਬਚਨ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਤੇਰਾ ਸਰੀਰ ਨਵਾਂ ਨਰੋਇਆ ਰਹੇਗਾ, ਬਿਮਾਰੀ ਤੋਂ ਦੁੱਖ ਤੋਂ ਇਹ ਤੇਰੇ ਨੇੜੇ ਨਹੀਂ, ਇਹ ਉਪਦਰਵ ਦੁੱਖ ਨਹੀਂ ਆਉਣਗੇ। ਇਹ ਤੀਜਾ ਬਚਨ ਮਹਾਰਾਜ ਨੇ ਬਖਸ਼ਿਆ। ਇਹ 3 ਵਾਰ ਮਹਾਰਾਜ ਨੇ ਦਿੱਤੇ। ਭਾਈ ਲੱਖੀ ਸ਼ਾਹ ਕਹਿਣ ਲੱਗਾ ਮਹਾਰਾਜ ਦਿੱਲੀਓਂ ਫੁੱਲ ਕੱਢ ਕੇ ਲੈ ਆਈਏ, ਗਾਗਰਾਂ ਤਾਂਬੇ ਦੀਆਂ ਗਾਗਰਾਂ ਵਿੱਚ ਰੱਖੇ ਹੋਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨਹੀਂ, ਸਮਾਂ ਆਵੇਗਾ ਸਾਡਾ ਖਾਲਸਾ ਇਹਨਾਂ ਜਗ੍ਹਾ ਦੇ ਉੱਪਰ ਗੁਰੂ ਕੀ ਯਾਦਗਾਰ ਬਣਾਏਗਾ, ਮੇਲੇ ਲੱਗਿਆ ਕਰਨਗੇ, ਸੰਗਤਾਂ ਜੁੜਿਆ ਕਰਨਗੀਆਂ। ਇਹ ਬਚਨ ਇਤਿਹਾਸ ਆਪਾਂ ਕੱਲ੍ਹ ਸਰਵਣ ਕਰ ਲਿਆ। ਅੱਜ ਮਹਾਰਾਜ ਇੱਥੋਂ ਅੱਗੇ ਕਿਰਪਾ ਕਰ ਰਿਹਾ। ਆਓ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਇਸ ਇਤਿਹਾਸ ਨੂੰ ਅੱਗੇ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹਨਾਂ ਸਿੱਖ ਸਭ ਲਗੇ ਸੁਨਾਵਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਬੈਠੇ ਹੋਏ ਅਤੇ ਇਹ ਜਿਹੜੇ ਸਾਰੇ ਸਿੱਖ ਨੇ ਫਿਰ ਮਹਾਰਾਜ ਸਾਹਿਬ ਜੀਆਂ ਨੂੰ ਇਸ ਤਰ੍ਹਾਂ ਸੁਣਾਉਣ ਲੱਗੇ ਹਨ। ਆਭੀ ਭਾ ਪ੍ਰਤਾਪ ਗੁਰ ਪਾਵਨ। ਕਹਿਣ ਲੱਗੇ ਮਹਾਰਾਜ ਸਾਹਿਬ ਜੀਓ ਆਪ ਜੀ ਦਾ ਪ੍ਰਤਾਪ ਬਖਸ਼ਿਸ਼ ਅੱਜ ਤੋਂ ਹੀ ਪਤਾ ਲੱਗ ਰਹੀ ਹੈ। ਜਿਹੜੇ ਆਪ ਜੀ ਨੇ ਬਚਨ ਕੀਤੇ ਨਾ ਸਮਾਂ ਆਵੇਗਾ ਤੇ ਖਾਲਸਾ ਐਸੇ ਵੱਡੇ ਕਾਰਜ ਕਰੇਗਾ। ਮਹਾਰਾਜ ਉਹ ਸਮਾਂ ਅੱਜ ਹੀ ਦਿਸਦਾ ਪਿਆ। ਆਪ ਜੀ ਦਾ ਪ੍ਰਤਾਪ ਦੇਖ ਕੇ ਆਪ ਜੀ ਦੇ ਐਸੇ ਚੜ੍ਹਦੀ ਕਲਾ ਵਾਲੇ ਬਚਨ ਦੇਖ ਕੇ ਤੇ ਉਹ ਸਮਾਂ ਸਾਨੂੰ ਦਿਸਦਾ ਹੈ। ਜਬ ਕੋ ਕਾਰਨ ਕੀਨੋ ਸ਼ਾਹੂ। ਕਹਿਣ ਲੱਗੇ ਜਦੋਂ ਦਾ ਬਾਦਸ਼ਾਹ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ ਸ਼ਹੀਦ ਕੀਤਾ, ਜਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਦਿੱਲੀ ਵਿੱਚ ਸ਼ਹੀਦੀ ਹੋਈ ਹੈ, ਤਬ ਕੋ ਭਇਓ ਹੌਲ ਉਰਮਾਹੂ। ਉਸ ਦਿਨ ਤੋਂ ਔਰੰਗਜ਼ੇਬ ਦੇ ਮਨ ਵਿੱਚ ਹੌਲ ਪੈਦਾ ਹੋਇਆ, ਇੰਨਾ ਦੁੱਖ ਇੰਨਾ ਡਰਿਆ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤਾ ਸੀ। ਇੱਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਹੋਈ, ਉੱਧਰੋਂ ਬਾਦਸ਼ਾਹ ਔਰੰਗਜ਼ੇਬ ਆਪਣੇ ਮਹਿਲਾਂ ਵਿੱਚ ਬੈਠਾ ਹੋਇਆ। ਬਹੁਤ ਜ਼ਿਆਦਾ ਹਨੇਰੀ ਚੱਲੀ ਤੇ ਇਹਦਾ ਮਹਿਲ ਪੂਰੇ ਧੂੜ ਦੇ ਨਾਲ ਭਰ ਗਿਆ। ਬਾਦਸ਼ਾਹ ਨੂੰ ਇੰਨਾ ਡਰ ਆਇਆ ਜਿਵੇਂ ਹੁਣੇ ਧਰਤੀ ਫਟ ਚੱਲੀ ਤੇ ਮੈਂ ਉਹਦੇ ਵਿੱਚ ਗਰਕ ਹੋ ਚੱਲਿਆ ਹਾਂ। ਇੰਨਾ ਡਰਿਆ, ਕੰਬਦਾ ਪਿਆ ਆਪਣੇ ਮਹਿਲ ਵਿੱਚ ਬੈਠਾ ਹੋਇਆ। ਤੇ ਫਿਰ ਉੱਚੀ ਉੱਚੀ ਜਦੋਂ ਰੋਣ ਲੱਗਾ,
ਭੱਜ ਕੇ ਸਿਪਾਹੀਆਂ ਨੇ ਜਾ ਕੇ ਫਿਰ ਇਸ ਦੀ ਬਾਤ ਪੁੱਛੀ ਹੈ, ਕੀ ਕਾਰਨ ਹੋਇਆ। ਇਹ ਬਚਨ ਆਪਾਂ ਪਿੱਛੇ ਇਤਿਹਾਸ ਵਿੱਚ ਸਰਵਣ ਕੀਤੇ ਸੀ। ਇਹ ਸਿੱਖ ਦੱਸਦਾ ਪਿਆ, ਕਹਿਣ ਲੱਗਾ ਵੀ ਜਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਹੋਈ ਉਸ ਦਿਨ ਤੋਂ ਬਾਅਦ ਵਿੱਚ ਇਹ ਜੋ ਔਰੰਗਜ਼ੇਬ ਹੈ, ਕਹਿਣ ਲੱਗੇ ਵੀ ਆਪਣੇ ਮਹਿਲ ਦੇ ਵਿੱਚ ਟਿਕ ਨਹੀਂ ਪਾਇਆ ਹੈ। ਏਕ ਨਿਸਾ ਮੈਂ ਸੋਇਓ ਘਰ ਮੈਂ, ਇੱਕ ਦਿਨ ਆਪਣੇ ਘਰ ਨਹੀਂ ਸੋ ਸਕਿਆ, ਇੱਕ ਦਿਨ ਵੀ ਇਸ ਨੂੰ ਆਪਣੇ ਘਰ ਵਿੱਚ ਨਸੀਬ ਨਹੀਂ ਹੋਇਆ। ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋਏ ਉਸ ਦਿਨ ਰਾਤ ਨੂੰ ਆਪਣੇ ਮਹਿਲਾਂ ਵਿੱਚ ਬੈਠਾ ਹੈ। ਇੰਨਾ ਭਿਆਨਕ ਡਰਿਆ, ਇੰਨਾ ਭਾਰੀ ਡਰ ਆਇਆ ਔਰੰਗਜ਼ੇਬ ਨੂੰ ਕਿ ਆਪਣੇ ਘਰ ਵਿੱਚ ਉਸ ਤੋਂ ਮਗਰੋਂ ਟਿਕ ਨਹੀਂ ਪਾਇਆ ਹੈ। ਬਹੁਰ ਨਾ ਭਰਿਓ ਵਿਸਾਲ ਤਿਮਰ ਮੈਂ, ਤੇ ਉਸ ਤੋਂ ਬਾਅਦ ਵਿੱਚ ਕਦੇ ਦਿੱਲੀ ਵਿੱਚ ਆਇਆ ਹੀ ਨਹੀਂ। ਹਨੇਰੇ ਤੋਂ ਇੰਨਾ ਡਰਦਾ, ਇੱਕ ਪਾਸੇ ਹਿੰਦੁਸਤਾਨ ਤੇ ਰਾਜ ਕਰਦਾ, ਬੜੇ ਬੜੇ ਡਾਢੇ ਹੁਕਮ ਸੁਣਾਉਂਦਾ ਹੈ, ਪਰ ਕਹਿਣ ਲੱਗੇ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਵਿੱਚ ਇੰਨਾ ਡਰਿਆ, ਹੁਣ ਤੇ ਹਨੇਰੇ ਦਾ ਨਾਂ ਸੁਣਦਿਆਂ ਔਰੰਗਜ਼ੇਬ ਨੂੰ ਡਰ ਲੱਗਦਾ ਹੈ। ਰਹਿਰ ਬਾਗ ਮੈਂ ਮੰਦਰ ਕੋਏ, ਅਤੇ ਕਹਿਣ ਲੱਗੇ ਵੀ ਦਿੱਲੀ ਵਿੱਚ ਨਹੀਂ ਆਇਆ। ਦਿੱਲੀੋਂ ਬਾਰ-ਬਾਰ ਕੋਈ ਬਾਗ ਸੀ ਔਰੰਗਜ਼ੇਬ ਦਾ, ਉਸ ਬਾਗ ਦੇ ਵਿੱਚ ਇੱਕ ਹਵੇਲੀ ਬਣਾਈ ਹੋਈ ਸੀ ਔਰੰਗਜ਼ੇਬ ਨੇ। ਕਹਿਣ ਲੱਗੇ ਉਸ ਹਵੇਲੀ ਦੇ ਵਿੱਚ ਰਾਤ ਪਰ ਰਹਿਤਾ ਹੈ ਪਰ ਕੈ ਸੋਏ, ਤੇ ਔਰੰਗਜ਼ੇਬ ਫਿਰ ਉੱਥੇ ਜਾ ਕੇ ਸੌਂਦਾ। ਗੁਰਮੁਖੋ ਇਹ ਬਚਨ ਇਤਿਹਾਸ ਵਿੱਚੋਂ ਆਪਾਂ ਸਰਵਣ ਕਰ ਰਹੇ ਹਾਂ ਕਿ ਦਿੱਲੀੋਂ ਬਾਹਰ ਇੱਕ ਬਾਗ ਲਵਾਇਆ ਹੋਇਆ ਸੀ ਔਰੰਗਜ਼ੇਬ ਨੇ। ਇਹਦੇ ਵਿੱਚ ਇੱਕ ਬੜੀ ਸੋਹਣੀ ਸ਼ਾਨਦਾਰ ਹਵੇਲੀ ਬਣਾਈ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਹੋਈ, ਔਰੰਗਜ਼ੇਬ ਨੂੰ ਫਿਰ ਦਿੱਲੀ ਵਿੱਚ ਸੌਣਾ ਨਸੀਬ ਨਹੀਂ ਹੋਇਆ। ਉਸ ਬਾਗ ਦੀ ਹਵੇਲੀ ਦੇ ਵਿੱਚ ਰਾਤ ਨੂੰ ਸੌਂ ਕੇ ਆਪਣਾ ਸਮਾਂ ਬਤੀਤ ਕਰਦਾ ਹੈ। ਏਕ ਥਾਨ ਨਿਸ ਦੁਤਿਆਂ ਨ ਸੋਵੈ, ਕਹਿਣ ਲੱਗੇ ਵੀ ਜਿੱਥੇ ਇੱਕ ਰਾਤ ਸੌਂ ਜਾਂਦਾ ਹੈ ਦੂਜੀ ਰਾਤ ਉੱਥੇ ਸੌਂ ਨਹੀਂ ਸਕਦਾ। ਜੇ ਇੱਕ ਰਾਤ ਬਾਗ ਵਿੱਚ ਸੁੱਤਾ ਤੇ ਇੱਕੋ ਰਾਤ ਹੀ ਸੌਂ ਪਾਏਗਾ, ਦੂਜੀ ਰਾਤ ਉਸ ਜਗ੍ਹਾ ਤੇ ਸੌਣਾ ਇਸ ਨੂੰ ਨਸੀਬ ਨਹੀਂ ਹੋਇਆ ਹੈ। ਹਾਲ ਨਵੀਨ ਬਸਵੇ ਹਿਤ ਜੋਵੈ, ਸੋ ਕਹਿਣ ਲੱਗੇ ਵੀ ਕੇਵਲ ਇਹ ਰਾਤ ਨੂੰ ਸੌਣ ਵਾਸਤੇ ਨਵੀਂ ਥਾਂ ਲੱਭਦਾ, ਜਿੱਥੇ ਅੱਜ ਸੁੱਤਾ ਹੈ ਕੱਲ ਨੂੰ ਉੱਥੇ ਨਹੀਂ। ਆਪਣੇ ਵਜ਼ੀਰਾਂ ਨੂੰ ਹੁਕਮ ਕੀਤਾ ਕੱਲ ਮੇਰੇ ਸੌਣ ਦਾ ਨਵਾਂ ਪ੍ਰਬੰਧ ਕੀਤਾ ਜਾਵੇ, ਨਵੀਂ ਥਾਂ ਮੇਰੇ ਵਾਸਤੇ ਲੱਭੀ ਜਾਵੇ। ਇਸ ਤਰ੍ਹਾਂ ਨਵੀਆਂ ਨਵੀਆਂ ਜਗ੍ਹਾ ਵੇਖ ਕੇ ਤੇ ਆਰਾਮ ਕਰਨ ਵਾਸਤੇ ਟਿਕਦਾ ਹੈ। ਦਿਨ ਪ੍ਰਤ ਉਦੇ ਦੁਰਗਮ ਹੈ ਬਰੈ, ਸੋ ਕਹਿਣ ਲੱਗੇ ਜਦੋਂ ਦਿਨ ਚੜ੍ਹਦਾ ਨਾ, ਸੂਰਜ ਚੜ੍ਹਦਾ, ਚਾਨਣ ਹੁੰਦਾ, ਉਦੋਂ ਇਹ ਕਿਤੇ ਹੋ ਸਕਦਾ ਵੀ ਫੌਜਾਂ ਦੇ ਸਮੇਤ ਆਪਣੇ ਕਿਲੇ ਵਿੱਚ ਆ ਜਾਵੇ, ਪਰ ਉਹਨਾਂ ਚਿਰ ਹੀ ਆ ਸਕਦਾ ਹੈ ਜਿੰਨਾ ਚਿਰ ਦਿਨ ਚੜ੍ਹਿਆ, ਜਿੰਨਾ ਚਿਰ ਚਾਨਣ ਹੈ ਉਹਨਾਂ ਚਿਰ ਕਿਲੇ ਵਿੱਚ ਆਉਂਦਾ ਹੈ ਕੋਈ ਕੰਮ ਕਰਨ ਵਾਸਤੇ ਰਾਜ ਭਾਗ ਦਾ। ਜਦੋਂ ਹਨੇਰਾ ਸ਼ਾਮ ਪੈਣੀ, ਤਰਕਾਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਦਿੱਲੀ ਛੱਡ ਕੇ ਬਾਹਰ ਨਿਕਲ ਜਾਂਦਾ ਹੈ। ਰਾਜ ਸਾਜ ਕੋ ਕਾਰਜ ਕਰੈ, ਸੋ ਕਈ ਕੰਮ ਨੇ ਰਾਜ ਭਾਗ ਦੇ, ਦੇਸ਼ ਚਲਾਉਣ ਦੇ, ਉਹ ਸਾਰੇ ਕੰਮ ਇਹ ਕਰਦਾ ਹੈ। ਜਾਮਨੀ ਸਿਧਾਰੈ, ਸੋ ਜਦੋਂ ਰਾਤ ਪੈਂਦੀ ਹੈ ਫਿਰ ਚਲੇ ਜਾਂਦਾ, ਨਿਕਲ ਜਾਂਦਾ ਦਿੱਲੀ ਵਿੱਚੋਂ, ਕਿਉਂਕਿ ਭਾਈ ਮਤੀ ਦਾਸ ਜੀਆਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਭਾਈ ਦਿਆਲਾ ਜੀ ਨੇ ਬਚਨ ਕੀਤੇ ਸਨ, ਔਰੰਗਜ਼ੇਬ ਬਾਦਸ਼ਾਹ ਤੂੰ ਸਿੱਖ ਨਹੀਂ ਚੀਰਿਆ, ਤੂੰ ਆਪਣੀ ਬਾਦਸ਼ਾਹੀ ਚੀਰ ਲਈ ਹੈ, ਤੈਨੂੰ ਹੁਣ ਸੁੱਖ ਦੀ ਨੀਂਦ ਨਹੀਂ ਆਵੇਗੀ, ਤੂੰ ਦਿੱਲੀ ਵਿੱਚ ਪੈਰ ਪਸਾਰ ਕੇ ਹੁਣ ਸੌਂ ਨਹੀਂ ਸਕੇਗਾ। ਇਹ ਬਚਨ ਸਨ ਗੁਰੂ ਕੇ ਸ਼ਹੀਦਾਂ ਸਿੰਘਾਂ ਦੇ। ਤੇ ਕਹਿਣ ਲੱਗੇ ਜਦੋਂ ਰਾਤ ਦਾ ਹਨੇਰਾ ਸ਼ੁਰੂ ਹੁੰਦਾ ਹੈ ਔਰੰਗਜ਼ੇਬ ਦਿੱਲੀ ਛੱਡ ਕੇ ਬਾਹਰ ਨਿਕਲਦਾ ਹੈ। ਸੁਖਤੈ ਆਨ ਥਾਨ ਡਰ ਧਾਰੈ, ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਹੈ, ਇਸ ਕਰਕੇ ਬਾਹਰ ਜਾ ਕੇ, ਦੂਰ ਜਾ ਕੇ ਕਿਤੇ ਪੜਾ ਲਾ ਕੇ ਸੌਂਦਾ ਹੈ। ਜਾਨੀ ਪਰੈ ਚੜੈ ਕਿਤ ਦੇਸ਼, ਸੋ ਇਸ ਤਰ੍ਹਾਂ ਜਾਣਿਆ ਜਾਂਦਾ। ਸਿੱਖ ਦੱਸਦਾ ਪਿਆ ਵੀ ਬਾਦਸ਼ਾਹ ਔਰੰਗਜ਼ੇਬ ਦੇ ਕਰਤੂਤਾਂ ਤੋਂ, ਕੰਮਾਂ ਤੋਂ ਇਹ ਲੱਗਦਾ ਹੈ ਵੀ ਹੁਣ ਇਹ ਦਿੱਲੀ ਦੇ ਨੇੜੇ ਪੇੜੇ ਤੇੜੇ ਵੀ ਫੜਕੇਗਾ ਨਹੀਂ, ਹੁਣ ਕਿਸੇ ਹੋਰ ਦੇਸ਼, ਕਿਤੇ ਦੂਰ ਪਾਸੇ ਨੂੰ ਇਸਨੇ ਚਲੇ ਜਾਣਾ ਹੈ। ਤਿਆਰੀ ਧਾਰੈ ਹਿਰਦੈ ਹਮੇਸ਼, ਤੇ ਰੋਜ਼ ਹੀ ਤਿਆਰੀ ਕਰਦਾ ਹੈ। ਦੱਖਣ ਵਿੱਚ ਮੁਸਲਮਾਨਾਂ ਦੀਆਂ ਕਈ ਰਿਆਸਤਾਂ ਨੇ, ਜਿਨ੍ਹਾਂ ਵਿੱਚੋਂ ਇੱਕ ਰਾਜਧਾਨੀ ਗੋਲਕੰਡਾ ਸੀ ਇਸ ਦੀ। ਸੋ ਇਸ ਦੇ ਅੰਤਮ ਪਾਤਸ਼ਾਹ ਦਾ ਨਾਮ ਸੀ। ਸੋ ਕਹਿਣ ਲੱਗੇ ਔਰੰਗਜ਼ੇਬ ਨੇ, ਸੋ ਕਹਿੰਦੇ ਇੱਥੇ ਦੱਖਣ ਦੇ ਵਿੱਚ ਕਈ ਰਿਆਸਤਾਂ ਸਨ ਮੁਸਲਮਾਨ ਰਾਜਿਆਂ ਦੀਆਂ, ਤੇ ਉਹ ਰਿਆਸਤਾਂ ਜਿਹੜੀਆਂ ਸਨ ਇਹਦਾ ਪਾਣੀ ਭਰਦੀਆਂ, ਇਹਦਾ ਹੁਕਮ ਮੰਨਦੀਆਂ। ਇਸ ਕਰਕੇ ਇਹ ਸਿੱਖ ਦੱਸਦੇ ਪਏ ਮਹਾਰਾਜ ਔਰੰਗਜ਼ੇਬ ਹੁਣ ਦਿੱਲੀ ਛੱਡਣ ਦੀ ਤਿਆਰੀ ਕਰਦਾ ਪਿਆ, ਉਸਨੇ ਦੱਖਣ ਨੂੰ ਚਲੇ ਜਾਣਾ ਹੈ, ਕਿਉਂਕਿ ਦੱਖਣ ਦੇ ਵਿੱਚ ਬਹੁਤਾ ਮੁਸਲਮਾਨਾਂ ਦਾ ਬੋਲਬਾਲਾ ਹੈ, ਉੱਥੇ ਕਈ ਮੁਸਲਮਾਨ ਰਾਜਿਆਂ ਦੀਆਂ ਰਿਆਸਤਾਂ, ਤੇ ਅਸੀਂ ਜਾਣਦੇ ਹਾਂ ਵੀ ਇਹ ਹੁਣ ਉੱਥੇ ਚਲਾ ਜਾਏਗਾ। ਸੋ ਕਹਿੰਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਸੋ ਉਹ ਸਿੱਖ ਆਪਸ ਵਿੱਚ ਕਰਦੇ ਹਨ। ਦਿਲ ਵਾਲੀ ਸਿੱਖਨ ਜਬ ਕਹਿਓ, ਸੋ ਕਹਿਣ ਲੱਗੇ ਵੀ ਇਹ ਜਿਹੜੇ ਦਿੱਲੀ ਵਾਲੇ ਸਿੱਖ ਨੇ, ਜਦੋਂ ਇਹਨਾਂ ਨੇ ਬਚਨ ਕੀਤਾ ਹੈ, ਸੋ ਕਹਿਣ ਲੱਗੇ ਔਰੰਗਜ਼ੇਬ ਨੇ ਇਸ ਦਾ ਰਾਜ ਜਿਹੜਾ ਸੀ ਨਾ,
1687 ਵਿੱਚ ਤਾਨਸ਼ਾਹ ਨੂੰ ਕੈਦ ਕਰ ਲਿਆ ਸੀ ਤੇ ਬਾਅਦ ਵਿੱਚ ਉੱਥੇ ਆਪ ਜਾ ਕੇ ਇਹ ਸਾਰਾ ਮਾਲਕ ਬਣਿਆ, ਸਭ ਕੁਝ ਕਰਦਾ ਰਿਹਾ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਦਿੱਲੀ ਦੇ ਸਿੱਖ ਜਿਹੜੇ ਨੇ ਉਹ ਮਹਾਰਾਜ ਸਾਹਿਬ ਜੀਆਂ ਨੂੰ ਇਤਿਹਾਸ ਉੱਥੋਂ ਦੀ ਗੱਲ ਦੱਸਦੇ ਹਨ। ਤਬ ਕਿਰਪਾਲ ਚਿਤ ਸੰਚਲ ਉਸ ਵੇਲੇ ਜਦੋਂ ਇਹ ਬਚਨ ਹੋਏ ਤੇ ਮਾਮਾ ਕਿਰਪਾਲ ਚੰਦ ਜੀ ਸੁਣਦੇ ਪਏ ਵੀ ਔਰੰਗਜ਼ੇਬ ਹੁਣ ਦਿੱਲੀੋਂ ਨਿਕਲਣ ਦੀ ਤਿਆਰੀ ਕਰਦਾ ਪਿਆ, ਦੱਖਣ ਨੂੰ ਜਾਣ ਬਾਰੇ ਸੋਚਦਾ ਪਿਆ। ਇਹ ਗੱਲਾਂ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਉਸ ਵੇਲੇ ਥੋੜੀ ਚਿੰਤਾ ਵਿੱਚ ਹੋਏ ਹਨ। ਬੂਝਣ ਲੱਗਿਓ ਕਹੋ ਸਭ ਬਾਤੀ। ਉਸ ਵੇਲੇ ਪੁੱਛਣ ਲੱਗ ਪਏ ਮਾਮਾ ਕਿਰਪਾਲ ਚੰਦ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਜੀ ਲੱਗਦੇ। ਇਹ ਕਹਿਣ ਲੱਗੇ ਭਾਈ ਅਸੀਂ ਕੁਝ ਗੱਲ ਪੁੱਛਦੇ ਹਾਂ, ਸਾਨੂੰ ਦੱਸਣਾ ਕਰੋ। ਪਾਤਕ ਕਰਮਾ ਕਿਤੋਂ ਪਰਿਆਤੀ। ਸੋ ਕਹਿਣ ਲੱਗੇ ਵੀ ਇਹ ਪਾਤਕ ਕਰਮਾ, ਇਹ ਜਿਹੜਾ ਪਾਪ ਕਰਮਾਂ ਨੂੰ ਕਰਨ ਵਾਲਾ ਔਰੰਗਜ਼ੇਬ ਹੈ, ਸੋ ਪਾਪੀ ਕਰਮਾਂ ਨੂੰ ਕਰਨ ਵਾਲਾ ਇਹ ਕਿੱਧਰ ਨੂੰ ਜਾਵੇਗਾ। ਮਾਮਾ ਕਿਰਪਾਲ ਚੰਦ ਜੀ ਨੇ ਦੁਬਾਰਾ ਦੁਹਰਾ ਕੇ ਗੱਲ ਨੂੰ ਪੁੱਛਿਆ। ਕਹਿਣ ਲੱਗੇ ਪਾਪ ਕਰਨ ਵਾਲਾ ਬਾਦਸ਼ਾਹ ਔਰੰਗਜ਼ੇਬ ਕਿੱਧਰ ਨੂੰ ਜਾਣ ਦੀ ਤਿਆਰੀ ਕਰਦਾ ਹੈ। ਪੂਰਬ ਦੱਖਣ ਪশ্ਚਮ ਔਰ। ਇਹ ਪੂਰਬ ਨੂੰ ਜਾਏਗਾ, ਦੱਖਣ ਨੂੰ ਜਾਏਗਾ ਜਾਂ ਪশ্ਚਮ ਨੂੰ ਜਾਏਗਾ, ਕਿਹੜੇ ਪਾਸੇ ਨੂੰ, ਕਿਹੜੀ ਦਿਸ਼ਾ ਨੂੰ ਇਹ ਜਾਣਾ ਚਾਹੁੰਦਾ, ਕਿੱਧਰ ਦੀ ਇਹ ਤਿਆਰੀ ਕਰਦਾ ਹੈ। ਕਾਜ ਜੰਗ ਕੋ ਭਾਕਿਤ ਜੋਰ। ਤੇ ਇਹ ਕਿਤੇ ਕੋਈ ਜੰਗ ਦਾ ਜ਼ੋਰ ਪੈ ਗਿਆ ਤਾਂ ਚੱਲਿਆ, ਕਿਉਂਕਿ ਔਰੰਗਜ਼ੇਬ ਵਾਸਤੇ ਦਿੱਲੀ ਛੱਡਣੀ ਸੌਖੀ ਨਹੀਂ ਹੈ। ਹਿੰਦੁਸਤਾਨ ਦਾ ਤਖਤ ਜਿਸ ਬਾਦਸ਼ਾਹ ਦੇ ਕੋਲ ਹੈ, ਉਹ ਬਾਦਸ਼ਾਹ ਦਿੱਲੀ ਆਪਣੀ ਰਾਜਧਾਨੀ ਬਣਾ ਕੇ ਰਾਜ ਕਰਦਾ ਪਿਆ। ਏਡੇ ਵੱਡੇ ਕਾਰੋਬਾਰ ਨੂੰ, ਏਡੀ ਵੱਡੀ ਥਾਂ ਨੂੰ ਛੱਡ ਕੇ ਜਾਣਾ ਸੌਖਾ ਨਹੀਂ। ਮਾਮਾ ਕਿਰਪਾਲ ਚੰਦ ਜੀ ਨੇ ਪੁੱਛਿਆ। ਕਹਿਣ ਲੱਗੇ ਬਾਦਸ਼ਾਹ ਤੁਸੀਂ ਆਖਦੇ ਹੋ ਵੀ ਚੱਲਿਆ, ਪਰ ਚੱਲਿਆ ਕੀ ਗੱਲ, ਕਿਤੇ ਕੋਈ ਝਗੜਾ ਹੋ ਗਿਆ, ਕੋਈ ਰਾਜਾ ਵਿਰੋਧੀ ਜੰਗ ਲੈ ਕੇ ਇਹਦੇ ਸਾਹਮਣੇ ਆ ਕੇ ਖੜ ਗਿਆ, ਜਾਂ ਦੇਸ਼ ਵਿੱਚ ਕਿਤੇ ਗਦਰ ਮਚ ਗਿਆ, ਇਹ ਫੌਜ ਲੈ ਕੇ ਲੜਾਈ ਕਰਨ ਚੱਲਿਆ, ਜਾਂ ਆਪਣੇ ਆਪ ਕਿਸੇ ਪਾਸੇ ਚੱਲਿਆ। ਇਹ ਸਵਾਲ ਉਸ ਵੇਲੇ ਪੁੱਛਿਆ ਹੈ। ਜਿਸ ਤੇ ਦੁਸ਼ਟ ਆਪ ਪ੍ਰਸਥਾਨ ਹੈ। ਇਹ ਜਿਸ ਕਰਕੇ ਆਪ ਚੱਲਿਆ ਹੈ ਕੋਈ ਕਾਰਨ ਤੇ ਵੱਡਾ ਹੀ ਹੋਵੇਗਾ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੂੰ ਨਿੱਕੇ ਮੋਟੇ ਕੰਮਾਂ ਵਾਸਤੇ ਜਾਂ ਨਿੱਕੇ ਮੋਟੇ ਰਾਜਿਆਂ ਨੂੰ ਦਬਾਉਣ ਵਾਸਤੇ ਆਪ ਜਾਣ ਦੀ ਲੋੜ ਨਹੀਂ ਹੈ। ਲੱਖਾਂ ਦੀ ਗਿਣਤੀ ਵਿੱਚ ਇਹਦੇ ਕੋਲ ਸਿਪਾਹੀ ਭਰਤੀ ਕੀਤੇ ਹੋਏ, ਬੜੀਆਂ ਬੜੀਆਂ ਤੋਪਾਂ ਤੇ ਬੜਾ ਬੜਾ ਅਸਲਾ ਭਾਰੀ ਇਹਦੇ ਕੋਲ ਜਮ੍ਹਾਂ ਹੈ। ਕੋਈ ਵੀ ਦੇਸ਼ ਦੇ ਵਿੱਚ ਕਿਤੇ ਵੀ ਗਦਰ ਮੱਚ ਜਾਵੇ, ਔਰੰਗਜ਼ੇਬ ਨੂੰ ਆਪ ਚੜ੍ਹ ਕੇ ਜਾਣ ਦੀ ਲੋੜ ਨਹੀਂ ਪੈਂਦੀ। ਇਹ ਏਡਾ ਵੱਡਾ ਸ਼ਹਿਨਸ਼ਾਹ ਹੈ। ਮਾਮਾ ਕਿਰਪਾਲ ਚੰਦ ਜੀ ਪੁੱਛਦੇ ਪਏ, ਕਹਿਣ ਲੱਗੇ ਵੀ ਕਿਤੇ ਕੋਈ ਬਹੁਤਾ ਵੱਡਾ ਜੰਗ ਲੱਗ ਗਿਆ, ਇਹ ਤਾਂ ਚੱਲਿਆ ਕਿ ਜਾਂ ਕੋਈ ਹੋਰ ਕਾਰਜ ਹੈ। ਇਸ ਕੋ ਸਤਿਗੁਰ ਸਭ ਕਿਛ ਹਨ। ਤੇ ਇਸ ਦਾ ਸਾਰਾ ਕੁਝ ਨਾਸ਼ ਹੋ ਜਾਣਾ ਹੈ, ਸਤਿਗੁਰਾਂ ਨੇ ਸਭ ਕੁਝ ਇਸ ਦਾ ਨਾਸ਼ ਕਰ ਦੇਣਾ। ਇਹ ਬਚਨ ਮਾਮਾ ਕਿਰਪਾਲ ਚੰਦ ਨੇ ਆਖੇ ਹਨ। ਤਬ ਕਰ ਜੋਰ ਕਹੈ ਦਿਲ ਵਾਲੀ। ਜਦੋਂ ਇਹ ਬਚਨ ਸੁਣਿਆ ਨਾ ਦਿੱਲੀ ਦੀ ਸੰਗਤ ਨੇ, ਭਾਈ ਲੱਖੀ ਸ਼ਾਹ ਜਾਂ ਹੋਰ ਸਿੱਖ ਆਏ ਹੋਏ, ਦਿਲਵਾਲੀ ਤੋਂ ਭਾਵ ਦਿੱਲੀ ਦੇ ਜਿਹੜੇ ਲੋਕ ਨੇ, ਉਹਨਾਂ ਨੇ ਮਾਮਾ ਕਿਰਪਾਲ ਚੰਦ ਜੀਆਂ ਦੇ ਸੁਣੇ ਬਚਨ ਤੇ ਸੁਣ ਕੇ ਫਿਰ ਕਹਿਣ ਲੱਗੇ ਹਨ, ਸੁਣੋ ਪ੍ਰਸੰਗ ਵਿਸਾਲ ਕੁਚਾਲੀ। ਮਹਾਰਾਜ ਫਿਰ ਸੁਣੋ ਪ੍ਰਸੰਗ, ਇਹ ਸਾਰਾ ਇਤਿਹਾਸ ਆਪ ਜੀ ਨੂੰ ਦੱਸਦੇ ਆ। ਜਿਹੜੀ ਕੁਚਾਲੀ ਖੋਟੀ ਚਾਲ ਇਸ ਔਰੰਗੇ ਨੇ ਚੱਲੀ ਹੈ, ਉਹਦੇ ਬਾਰੇ ਆਪ ਜੀ ਨੂੰ ਦੱਸਣਾ ਕਰੀਏ। ਸ਼ਾਹ ਜਹਾਂ ਜਾਨਤ ਸ਼ੁਭ ਨੀਤ। ਸੋ ਕਿਉਂਕਿ ਸ਼ਾਹ ਜਹਾਂ ਜਿਹੜਾ ਬਾਦਸ਼ਾਹ ਸੀ ਨਾ, ਉਹ ਸ਼ੁਭ ਨੀਤੀ, ਚੰਗੀ ਨੀਤੀ ਦਾ ਮਾਲਕ ਹੈ। ਵਰਤਤ ਰਹਿਓ ਆਪ ਜਿਮ ਨੀਤ। ਤੇ ਆਪ ਜਿਵੇਂ ਨਿਤ ਵਰਤਦਾ ਰਿਹਾ ਉਸ ਨੀਤੀ ਨੂੰ। ਸ਼ਾਹਜਹਾਨ ਬਾਦਸ਼ਾਹ ਔਰੰਗਜ਼ੇਬ ਦਾ ਪਿਤਾ ਲੱਗਦਾ। ਇਸ ਔਰੰਗਜ਼ੇਬ ਨੇ ਉਸ ਨੂੰ ਕੈਦ ਕਰ ਲਿਆ ਸੀ। ਬਾਅਦ ਵਿੱਚ ਇਤਿਹਾਸ ਆਪਾਂ ਕਈ ਵਾਰੀ ਇਸ ਨੂੰ ਆਪਾਂ ਛੇੜਿਆ ਤੇ ਸਰਵਣ ਵੀ ਕੀਤਾ। ਇੱਥੇ ਬਚਨ ਆ ਗਿਆ, ਦਿੱਲੀ ਦੀ ਸਿੱਖ ਸੰਗਤ ਦੱਸਦੀ ਪਈ, ਕਹਿਣ ਲੱਗੇ ਬਾਦਸ਼ਾਹ ਸ਼ਾਹਜਹਾਨ ਇਹਦੇ ਨਾਲੋਂ ਕਿਤੇ ਚੰਗਾ ਸੀਗਾ। ਗਰੀਬ ਗੁਰਬੇ ਦੀ ਫਰਿਆਦ ਵੀ ਸੁਣਦਾ ਅਤੇ ਲੋਕਾਂ ਦੇ ਕਈ ਕਾਰਜ ਕਰਦਾ। ਕਈ ਚੰਗੀਆਂ ਨੀਤੀਆਂ ਉਸ ਬਾਦਸ਼ਾਹ ਨੇ ਲੋਕਾਂ ਦੇ ਪ੍ਰਤੀ, ਪ੍ਰਜਾ ਦੇ ਪ੍ਰਤੀ ਬਣਾਈਆਂ ਹੋਈਆਂ ਹਨ। ਸੋ ਗਹਿਲੀਨ ਕੈਦ ਕਰ ਰੱਖਾ। ਇਸ ਔਰੰਗਜ਼ੇਬ ਨੇ ਰਾਤੋਂ ਰਾਤ ਆਪਣੇ ਪਿਤਾ ਨੂੰ ਕੈਦ ਕਰ ਲਿਆ। ਸ਼ਾਹਜਹਾਨ ਬਾਦਸ਼ਾਹ ਦੇ 4 ਪੁੱਤਰ ਸਨ, ਔਰੰਗਜ਼ੇਬ ਹੋਣੀ 4 ਭਰਾ ਸਨ। ਤੇ ਬਾਦਸ਼ਾਹ ਸ਼ਾਹਜਹਾਨ ਨੇ 4 ਨੂੰ ਵੱਖੋ ਵੱਖਰੇ, ਇੱਕ ਨੂੰ ਬੰਗਾਲ ਦਾ ਜਿਹੜਾ ਸੀ ਉੱਥੋਂ ਦਾ ਗਵਰਨਰ ਲਾ ਦਿੱਤਾ, ਇੱਕ ਨੂੰ ਬਿਹਾਰ ਦਾ ਇਲਾਕਾ ਦੇ ਦਿੱਤਾ। ਇਸ ਤਰ੍ਹਾਂ ਇਲਾਕੇ ਇਹਨਾਂ ਨੂੰ ਵੰਡ ਦਿੱਤੇ ਗਏ। ਇੱਕ ਪੁੱਤਰ ਆਪਣੇ ਕੋਲ ਰੱਖ ਲਿਆ ਵੀ ਇਹ ਮੇਰੇ ਕੋਲ ਰਹੇਗਾ ਅਤੇ ਇੱਥੇ ਸਾਰੇ ਕੰਮ ਕਾਰਜ ਨੂੰ ਕਰੇਗਾ। ਇਸ ਤਰ੍ਹਾਂ ਔਰੰਗਜ਼ੇਬ ਨੇ ਉਹ ਜਿਹੜੇ ਇਲਾਕੇ ਸਨ ਉਹਨਾਂ ਨੂੰ ਵੰਡ ਦਿੱਤੇ ਕਿ ਤੁਸੀਂ ਇੱਥੋਂ ਦਾ ਸਾਰਾ ਰਾਜ ਪ੍ਰਬੰਧ ਸੰਭਾਲਣਾ ਹੈ। ਜਦੋਂ 3 ਪੁੱਤਰਾਂ ਨੂੰ ਵੱਖੋ ਵੱਖਰਾ ਇਲਾਕਾ ਮਿਲ ਗਿਆ ਤੇ ਵੱਡਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਹੀ ਰਹਿੰਦਾ, ਸਾਰੇ ਕੰਮ ਕਾਜ ਦੇਖਦਾ। ਤੇ ਉਸ ਵੇਲੇ ਔਰੰਗਜ਼ੇਬ ਦੇ ਮਨ ਵਿੱਚ ਇਹ
ਨੀਤੀ पैदा हो गई, ये खोट पैदा हो गई कि साडा वड्डा भरा पिता दे कोल रहिंदा है ते किते पूरे हिंदुस्तान दा मालक उहनूं ही ना बना दिता जावे, असीं किते आ निके मोटियां देशां दे गवर्नर बने ही ना रह जाइए, सानूं उहदे थल्ले ला के ना किते काम करना पवे। ऐसियां मन विच घाटतां नूं सोच के उस वेले औरंगजेब ने एक अपने भरा दे नाल मित्रता कर लई, आखिया कि आपां दोने इकट्ठे हो जाइए ते तीजे भरा नूं मार दईए, वो मर जाएगा, आपां दो जने इकट्ठे रवांगे, अपना राज भाग वध जाएगा। दूजे भरा नूं अपने नाल मिला के तीजे दे नाल जंग करके ते उसनूं कतल करवा दिता। जदों वेखिया भी एक भरा ते मर गया ते जिन्नूं नाल मिलाया सी, फिर बाद विच उहनूं आखिया भी चल आपां पार्टी करिए, जशन मनाइए, आपां जंग जित्तिया है। ये जशन मनाउण दे बहाने दे नाल उहनूं शराब पिला पिला के ते शराबी कर लिया। जदों शराबी हो गया फिर अपने सिपाहियां नूं हुक्म दिता भी इहदा भी कतल कर दिओ। इसे तरह दूजे भरा दा भी कतल कर दिता। पहला अपने नाल मिलाया ते तीजे भरा दा कतल करवाया, फिर आप शराब पिला के ते सिपाहियां कोलों कतल करवा दिता। जदों दो भरा मर गए, इक्को जिउंदा रह गया तो फिर अपनी वड्डी फौज लैके इसने दिल्ली के उपर चढ़ाई कर दी ते कहन लगे शाहजहान बादशाह उस वेले बीमार चलता है पर मरिया नहीं, जिउंदा है हाले, सो ज़्यादातर अपने महल विच रहिंदा। तो वड्डे भरा ने उस वेले कुछ फौज नाल लैके इनू अगों रोकण वास्ते अपनी फौज भेजी, आप भी जंग विच गया कि चलो मैं रोक लवां, पर औरंगजेब की फौज ज़्यादा है, उसनों मैदान छड्ड के भजना पिया। फिर उसनों इसने कैद कर लिया ते अखां विच तत्तियां सलाखां लोहे दे सरिये तत्ते करके लाल करके उहदियां अखां विच फेर के ते उसनूं मारिया। इस तरह तीन भरा मार के फिर दिल्ली आ गया। दिल्ली अपने पिता नूं महल विचों उठा के सिपाहियां नूं हुक्म करके कहन लगा चुके जेल विच सुट दिओ, मेरे हुक्म तो बिना इनू पानी नहीं पीण वास्ते देना, मेरे पुछे बिना इनू रोटी नहीं खाण वास्ते देनी है। कंकरां वाला पानी गंदा, मैल वाला मिट्टी वाला पानी पीण नूं मिलदा है, कंकरां वाली रोटी अपने पिता नूं खाण नूं दिंदा है। इस तरह ही जेल विच वो तड़फ तड़फ के इस नलायक पुत्र दे हत्थों मरिया। ये इतिहास औरंगजेब दा है। इस तरह दीयां करतूतां इसने अपने परिवार नाल कीतियां। ये जो दिल्ली तो संगत आई है ये सारा हाल जानती है। धन गुरु गोबिंद सिंह महाराज जियां नूं दसदे पए, कहन लगे महाराज इस राजे ने अपने पिता नूं आप कैद किया, रातों रात महल ते कब्जा कर लिया अते अपने पिता नूं कैद किया है। मरण समय इसके संग भाखा, अते जदों मरण दा समा आया तो उस वेले उसने आख्या है जेत कले अबदर सिपाही, जिन्ने भी सिपाही जेड़े ने वो पैसे लेंदे हन, इसते घाट करो कब नहीं, पर इहदे नाल घाट ना करो, घाट ना करो। कहन लगे भी ये नीतियां बड़ियां माड़ियां इसने जिहड़ियां वरताइयां होईयां, अपने पिता नूं कैद किया ते उस वेले सिपाहियां नूं आख्या भी जिन्ना धन चाहिदा वो लै लो, पर मेरे पिता नाल घट ना गुजारिओ, इनू तसीहे दिओ, इनू दुख दिओ जिन्ना भी दे सकदे हो ताकि छेती मर जाना करे। हिंदू धर्म को नहीं बिगाड़ो। सो एक ये भी बचन होया जदों बादशाह शाहजहान नूं कैद किया, उन्हें कैद हुंदे हुंदे ने आख्या औरंगजेब मैनू ते कैद कर लिया, चलो मैं तो अपनी उम्र भोग लई है, हुण मैं बजुर्ग हो गया, अज नहीं तो कल मर जाना है, पर एक गल मैं तैनूं कह देवां प्रजा नूं दुखी ना करी, भावें कोई हिंदू है कोई मुसलमान है उन्होंने अपने राह चलन दे, किसी नूं दुख ना देना करे। एक सम दोनों को प्रतिपार, एक सम दोनों की पालना करनी है, ना तू वेखना भी हिंदू है ना तू वेखना मुसलमान, दोनों बराबर जान के अपनी प्रजा जान के रईयत जान के दोनों की पालना करनी है, दोनों की फरियाद सुननी है। ताने शाह जो दखण माही, सो कहन लगे इसे तरह ये ताने शाह नाम का व्यक्ति जिहड़ा दखण दे विच रहिंदा है, कब मुहिम तिस पर करना ही, ਉਹਦੇ ਉੱਪਰ कदे फौज नहीं चढ़ाउणी। ये पिता ने आख्या, भावें कैद विच पा लिया औरंगजेब ने अपने पिता नूं, पर कैद विच पैंदे पैंदे उन्हें दो तीन गल्लां कहीआं। एक गल ते ये गल आखी भी हिंदू ते मुसलमान विच फर्क ना करी, तेरी प्रजा तैनूं दोनों ही बराबर ने, दोनों की फरियाद सुननी है। दूजी गल ये कह दी कि ताने शाह नाम का जिहड़ा व्यक्ति है ना वो दखण दे विच राज करदा, अपना बड़ा वफादार है, कुछ भी हो जाए
ਤੂੰ ਕਦੇ ਉਹਦੇ ਤੇ ਫੌਜ ਨਹੀਂ ਚੜਾਉਣੀ, ਕਦੇ ਉਹਦੇ ਨਾਲ ਜੰਗ ਨਹੀਂ ਕਰਨਾ। ਉਹ ਕਿੰਨੀਆਂ ਵੀ ਗਲਤੀਆਂ ਕਰੇ ਮਾਫ ਕਰ ਦੇਵੀਂ, ਪਰ ਉਹਦੇ ਤੇ ਕਦੇ ਫੌਜ ਚੜਾ ਕੇ ਨਹੀਂ ਭੇਜਣੀ। ਇਹ ਦੋ ਗੱਲਾਂ ਜਿਹੜੀਆਂ ਯਾਦ ਰੱਖਣੀਆਂ ਹਨ। ਇਤਿਆਦ ਕੁਛ ਔਰ ਬਤਾਏ। ਇਹ ਤੇ ਮੁੱਖ ਗੱਲਾਂ ਨੇ, ਪਰ ਇਹਦੇ ਤੋਂ ਬਿਨਾ ਸ਼ਾਹਜਹਾਨ ਨੇ ਹੋਰ ਵੀ ਕਈ ਗੱਲਾਂ ਔਰੰਗਜ਼ੇਬ ਨੂੰ ਆਖੀਆਂ ਹਨ। ਕਿਸ ਹਿਤ ਲਿਖਾਂ ਪ੍ਰਸੰਗ ਵਧਾਈ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਗੱਲਾਂ ਨੂੰ ਇੱਥੇ ਲਿਖਣਾ ਨਹੀਂ ਚਾਹੁੰਦਾ, ਕਿਉਂਕਿ ਇਹ ਇਤਿਹਾਸ ਗ੍ਰੰਥ ਬੜਾ ਵੱਡਾ ਹੋ ਜਾਣਾ। ਅਸੀਂ ਇਸ ਗੱਲ ਤੋਂ ਨਹੀਂ ਲੈਣਾ ਵੀ ਸ਼ਾਹਜਹਾਨ ਨੇ ਹੋਰ ਔਰੰਗਜ਼ੇਬ ਨੂੰ ਕੀ ਆਖਿਆ। ਇਹ ਦੋ ਤਿੰਨ ਮੁੱਖ ਗੱਲਾਂ ਸਨ ਵੀ ਹਿੰਦੂ ਤੇ ਮੁਸਲਮਾਨ ਦਾ ਫਰਕ ਨਾ ਕਰੀ, ਅਤੇ ਦੱਖਣ ਦੇ ਵਿੱਚ ਜਿਹੜਾ ਤਾਨੇ ਸ਼ਾਹ ਨਾਮ ਦਾ ਰਾਜਾ ਰਹਿੰਦਾ ਕਦੇ ਉਹਦੇ ਤੇ ਫੌਜ ਨਾ ਚੜਾਈ। ਇਹਦੇ ਨਾਲ ਕਈ ਹੋਰ ਵੀ ਗੱਲਾਂ ਕੀਤੀਆਂ, ਪਰ ਕਹਿਣ ਲੱਗੇ ਉਹਨਾਂ ਗੱਲਾਂ ਦਾ ਇੱਥੇ ਵਰਣਨ ਨਹੀਂ ਕਰਾਂਗੇ। ਸੁਣ ਕਰ ਪਦਰ ਬਾਕ ਖੁਨ ਸਾਇ। ਜਦੋਂ ਇਹਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਨਾ ਔਰੰਗਜ਼ੇਬ ਨੇ, ਤੇ ਬੜਾ ਹੰਕਾਰ ਦੇ ਵਿੱਚ ਇਹਨੂੰ ਬੜਾ ਹੀ ਗੁੱਸਾ ਆਇਆ। ਕਹਿਣ ਲੱਗਾ ਵੀ ਮੈਂ ਤੇ ਇਹਨੂੰ ਕੈਦ ਕਰਦਾ ਪਿਆ, ਇਹ ਮੇਰਾ ਬਾਪ ਬਣ ਕੇ ਮੈਨੂੰ ਸਿੱਖਿਆ ਦਿੰਦਾ ਪਿਆ, ਮੈਨੂੰ ਸਿੱਖਿਆ ਲੈਣ ਦੀ ਕੋਈ ਲੋੜ ਨਹੀਂ ਹੈ। ਬੜਾ ਮਰੋੜ ਖਾਧਾ ਇਹਨੇ ਇਹ ਗੱਲ ਸੁਣ ਕੇ, ਬੜਾ ਗੁੱਸੇ ਵਿੱਚ ਆਇਆ। ਕਹਿਣ ਲੱਗੇ ਫਿਰ ਉਸ ਵੇਲੇ ਦੂਜਿਓ ਕਹਾਂ ਦੋਸ਼ ਲਖ ਪਾਇਓ। ਉਸ ਵੇਲੇ ਪੁੱਛਿਆ, ਕਹਿਣ ਲੱਗਾ ਵੀ ਕੀ ਦੋਸ਼ ਕੀ ਗਲਤੀ ਹੈ, ਕਾਹਦੇ ਵਾਸਤੇ ਤੁਸੀਂ ਇਹ ਗੱਲਾਂ ਕਰਦੇ ਹੋ। ਜੋ ਮਰਜੀ ਤੈਸੇ ਸਭ ਕਰਹੁ। ਕਹਿਣ ਲੱਗਾ ਵੀ ਮੇਰੀ ਮਰਜ਼ੀ ਹੈ, ਮੈਂ ਜਿਵੇਂ ਮਰਜ਼ੀ ਕਰਾਂ, ਮੈਂ ਤੇਰੇ ਰੋਕਿਆਂ ਕਿਉਂ ਰਵਾਂ। ਤੂੰ ਮੈਨੂੰ ਆਖਦਾ ਵੀ ਦੱਖਣ ਵਿੱਚ ਫੌਜ ਨਾ ਭੇਜੀ, ਤੂੰ ਮੈਨੂੰ ਕਹਿੰਦਾ ਪਿਆ ਵੀ ਹਿੰਦੂ ਮੁਸਲਮਾਨ ਵਿੱਚ ਫਰਕ ਨਾ ਕਰੀ, ਪਰ ਮੈਂ ਤੇਰੇ ਕਿਉਂ ਰੋਕਾਂ। ਮੈਂ ਤੇ ਤੈਨੂੰ ਜੇਲ੍ਹ ਵਿੱਚ ਸੁੱਟਣ ਲੱਗਾ, ਜਦੋਂ ਮੈਂ ਤੈਨੂੰ ਜੇਲ੍ਹ ਵਿੱਚ ਪਾ ਸਕਦਾ ਤੇ ਫਿਰ ਤੇਰੀ ਗੱਲ ਥੋੜੀ ਮੈਂ ਮੰਨਾਂਗਾ। ਇਹ ਔਰੰਗਜ਼ੇਬ ਨੇ ਜਵਾਬ ਦਿੱਤਾ ਆਪਣੇ ਪਿਤਾ ਨੂੰ, ਮੈਂ ਤੇਰੇ ਰੋਕਿਆ ਜਾਂ ਤੇਰੇ ਕਿਹਾ ਨਹੀਂ ਚੱਲਣਾ, ਮੈਂ ਤੇ ਆਪਣੀ ਮਰਜ਼ੀ ਕਰਾਂਗਾ। ਐਸੀਆਂ ਗੱਲਾਂ ਆਖੀਆਂ ਹਨ। ਜਗ ਕੋ ਨਿਜ ਮਰਜ਼ੀ ਅਨੁਸਾਰ। ਮੈਂ ਤੇ ਦੁਨੀਆ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾਵਾਂਗਾ। ਜਿੰਨੇ ਤੂੰ ਕਾਨੂੰਨ ਬਣਾਏ ਬਾਪੂ, ਸਾਰੇ ਮੈਂ ਕਾਨੂੰਨ ਰੱਦ ਕਰ ਦੇਣੇ, ਤੇਰਾ ਕੋਈ ਕਾਨੂੰਨ ਚੱਲਣ ਨਹੀਂ ਦੇਣਾ, ਮੈਂ ਆਪਣੇ ਕਾਨੂੰਨ ਬਣਾਵਾਂਗਾ। ਜਿੰਨਾ ਹਿੰਦੁਸਤਾਨ ਦਾ ਰਾਜ ਮੇਰੇ ਕੋਲ ਹੈ, ਮੇਰੇ ਕਾਨੂੰਨ ਹੋਣਗੇ, ਮੇਰੀ ਮਰਜ਼ੀ ਅਨੁਸਾਰ ਲੋਕ ਚੱਲਣਗੇ। ਮੈਂ ਚਾਹਾਂ ਤੇ ਹਿੰਦੂ ਨੂੰ ਕਤਲ ਕਰਾਂ, ਚਾਹਾਂ ਤੇ ਮੁਸਲਮਾਨ ਨੂੰ ਕਰ ਦਿਆਂ, ਜਿੱਧਰ ਨੂੰ ਮਰਜ਼ੀ ਮੈਂ ਫੌਜਾਂ ਚਾੜ ਦੇਵਾਂ, ਮੈਨੂੰ ਕੋਈ ਰੋਕ ਨਹੀਂ ਸਕਦਾ। ਮੈਂ ਆਪਣੀ ਮਰਜ਼ੀ ਦੇ ਨਾਲ ਚੱਲਣਾ ਹੈ। ਸੁਣ ਤਬ ਸ਼ਾਹਜਹਾਂ ਸਮਝਾਈ। ਜਦੋਂ ਇਹ ਗੱਲਾਂ ਔਰੰਗਜ਼ੇਬ ਨੇ ਆਖੀਆਂ ਨਾ, ਤੇ ਸ਼ਾਹਜਹਾਨ ਨੇ ਫਿਰ ਸਮਝਾਇਆ। ਕਹਿਣ ਲੱਗੇ ਔਰੰਗਜ਼ੇਬ ਤੂੰ ਮੈਨੂੰ ਕੈਦ ਵਿੱਚ ਪਾ ਲਿਆ, ਠੀਕ ਹੈ, ਤੂੰ ਇਹ ਵੀ ਗੱਲ ਕਰਦਾ ਮੈਂ ਆਪਣੀ ਮਰਜ਼ੀ ਕਰਨੀ, ਪਰ ਮੇਰਾ ਵੀ ਤਜਰਬਾ ਹੈ, ਮੈਂ ਵੀ ਰਾਜ ਭਾਗ ਇੰਨਾ ਸਮਾਂ ਚਲਾਇਆ, ਮੈਂ ਤੈਨੂੰ ਫਿਰ ਵੀ ਸਿੱਖਿਆ ਦੇਣ ਵਾਸਤੇ ਸਮਝਾਉਣ ਵਾਸਤੇ ਗੱਲਾਂ ਕਹਿੰਦਾ ਹਾਂ। ਜੇ ਤੂੰ ਕਰਹਿ ਬਿਗਰ ਅਸ ਜਾਈ। ਜੇ ਤੂੰ ਇਹ ਕੰਮ ਕਰੇਗਾ ਨਾ, ਹਿੰਦੂ ਮੁਸਲਮਾਨ ਦਾ ਫਰਕ ਕਰੇਗਾ, ਤੇ ਤੇਰੇ ਦੇਸ਼ ਵਿੱਚ ਗਦਰ ਪੈਦਾ ਹੋ ਜਾਣਾ, ਤੇਰੇ ਕੋਲੋਂ ਸਾਂਭਿਆ ਨਹੀਂ ਜਾਣਾ। ਅੱਜ ਤੇਰੇ ਕੋਲ ਬੜੀ ਵੱਡੀ ਫੌਜ ਹੈ, ਬੜੀ ਵੱਡੀ ਤਾਕਤ ਹੈ, ਤੈਨੂੰ ਮਾਣ ਹੈ ਵੀ ਮੈਂ ਜੋ ਚਾਹਾਂ ਕਰ ਸਕਦਾ, ਪਰ ਜਦੋਂ ਪ੍ਰਜਾ ਦੀ ਆਵਾਜ਼ ਉੱਠਦੀ ਹੈ ਨਾ, ਲੋਕ ਇਕੱਠੇ ਹੋ ਜਾਂਦੇ, ਫਿਰ ਵੱਡੀਆਂ ਵੱਡੀਆਂ ਫੌਜਾਂ ਤੇ ਵੱਡੇ ਵੱਡੇ ਤਾਨਾਸ਼ਾਹ ਵੀ ਉਹਨਾਂ ਨੂੰ ਦਬਾ ਨਹੀਂ ਸਕਦੇ। ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਹਿਟਲਰ ਵਰਗੇ ਕਸਾਈ ਹੋਏ ਦੁਨੀਆ ਦੇ ਵਿੱਚ, ਕਿਸ ਤਰ੍ਹਾਂ ਦੇ ਰਾਜੇ ਹੋਏ, ਪਰ ਜਦੋਂ ਦੁਨੀਆ ਦੀ ਲੋਕਾਂ ਦੀ ਬਗਾਵਤ ਉੱਠਦੀ ਹੈ ਨਾ, ਉਸ ਵੇਲੇ ਫਿਰ ਕੋਈ ਵੀ ਫੌਜ ਉਸ ਨੂੰ ਦਬਾ ਨਹੀਂ ਸਕਦੀ। ਬਾਦਸ਼ਾਹ ਸ਼ਾਹਜਹਾਨ ਕਹਿ ਰਿਹਾ ਹੈ, ਕਹਿੰਦਾ ਜੇ ਤੂੰ ਮੇਰੇ ਆਖੇ ਨਾ ਲੱਗਾ, ਹਿੰਦੂ ਮੁਸਲਮਾਨ ਦਾ ਫਰਕ ਕਰ ਲਿਆ, ਜਾਂ ਦੱਖਣ ਦੇ ਵਿੱਚ ਫੌਜਾਂ ਚਾੜ ਦਿੱਤੀਆਂ, ਤੇ ਕੰਮ ਇੰਨਾ ਵਿਗੜੇਗਾ ਵੀ ਤੇਰੇ ਕੋਲੋਂ ਸਾਂਭਿਆ ਨਹੀਂ ਜਾਣਾ। ਇਸ ਤਰ੍ਹਾਂ ਦਾ ਉਸ ਵੇਲੇ ਕਾਰਜ ਬਣਨਾ ਹੈ। ਨੌਕਰਾਂ ਜੇ ਧਨ ਦੇ ਥੋੜਾ। ਅਤੇ ਆਪਣੇ ਨੌਕਰਾਂ ਨੂੰ ਕਦੇ ਤਨਖਾਹ ਥੋੜੀ ਨਹੀਂ ਦੇਣੀ ਹੈ, ਇਹ ਵੀ ਬਚਨ ਆਖਿਆ। ਜਿਹੜੇ ਨੌਕਰ ਨੇ ਨਾ, ਸਿਪਾਹੀ, ਜੰਗ ਵਿੱਚ ਲੜਨ ਵਾਲੇ, ਕੰਮਕਾਰ ਕਰਨ ਵਾਲੇ, ਕਦੇ ਉਹਨਾਂ ਨੂੰ ਤਨਖਾਹ ਥੋੜੀ ਨਾ ਦੇਵੀਂ, ਉਹਨਾਂ ਦੀਆਂ ਤਨਖਾਹਾਂ ਘਟਾਉਣੀਆਂ ਨਹੀਂ, ਕਿਉਂਕਿ ਲੜਨਾ ਤੇ ਮੈਦਾਨ ਵਿੱਚ ਉਹਨਾਂ ਨੇ ਜਾ ਕੇ ਹੈ, ਜਾਨ ਤੇ ਉਹਨਾਂ ਨੇ ਦੇਣੀ ਹੈ। ਜੇ ਤੂੰ ਆਪਣੀ ਫੌਜ ਨੂੰ ਧਨ ਥੋੜਾ ਦੇਵੇਂਗਾ, ਜਦੋਂ ਤੂੰ ਮੁਸੀਬਤ ਵਿੱਚ ਪੈ ਗਿਆ, ਤੇਰੀ ਫੌਜ ਨੇ ਪਿੱਛੇ ਹਟ ਜਾਣਾ ਵੀ ਅਸੀਂ ਨਹੀਂ ਲੜਦੇ, ਤੇ ਲੜਨਾ ਤੇ ਫੌਜ ਨੇ ਹੈ। ਕਦੇ ਵੀ ਆਪਣੀ ਫੌਜ ਨੂੰ ਤਨਖਾਹ ਥੋੜੀ ਨਾ ਦੇਵੀਂ, ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਕਰ। ਹੋਰ ਜੈ ਹੈ ਜਨ ਲਾਭ ਨਾ ਔਰ। ਪਰ ਜੇ ਤੂੰ ਆਖੇ ਵੀ ਮੈਂ ਥੋੜੀ ਤਨਖਾਹ ਦੇਵਾਂਗਾ, ਤੇ ਤੇਰੀ ਆਮਦਨੀ ਵੀ ਘਟ ਜਾਣੀ ਹੈ, ਕਈ ਰਾਜ ਤੇਰੇ ਵਿੱਚੋਂ ਨਿਕਲ ਜਾਣਗੇ, ਕਈਆਂ ਰਾਜਿਆਂ ਨੇ ਬਾਗੀ ਹੋ ਜਾਣਾ, ਫਿਰ ਤੇਰੇ ਕੋਲੋਂ ਇਹ ਸਾਂਭਿਆ ਨਹੀਂ ਜਾਣਾ। ਤਿਨ ਕੇ ਪੁੱਤਰ ਇਲਮ ਬਿਨ ਰਹਿ। ਸੋ ਕਹਿਣ ਲੱਗੇ ਜੇ ਤੂੰ ਮਾਇਆ ਥੋੜੀ ਦੇਵੇਂਗਾ, ਇਹਨਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ, ਤੇ ਜੇ ਇਹਨਾਂ ਦੇ ਬੱਚੇ ਪੜ੍ਹ ਹੀ ਨਾ ਸਕੇ, ਤੇ ਫਿਰ ਦੇਸ਼ ਦਾ ਭਵਿੱਖ ਕੀ ਕਰੇਗਾ। ਹੈਬੇ ਹੇਤ ਜੀਵ ਕਾ ਚਾਹੇ। ਤੇ ਫਿਰ ਉਹ ਖਾਣ ਵਾਸਤੇ ਰੋਜੀ ਰੋਟੀ ਚਾਹਣਗੇ। ਅੱਜ ਤੂੰ ਆਪਣੇ ਸਿਪਾਹੀਆਂ ਨੂੰ ਪੂਰੀ ਤਨਖਾਹ ਦੇ, ਇਹ ਆਪਣੇ ਬੱਚਿਆਂ ਨੂੰ ਪੜ੍ਹਾਉਣ, ਰੋਟੀ ਪਾਣੀ ਦਾ ਇਹਨਾਂ ਨੂੰ ਫਿਕਰ ਨਾ ਹੋਵੇ, ਤੇ ਤੇਰੇ ਨਾਲ ਇਹ ਜਾਨ ਹੂਲ ਕੇ ਲੜਿਆ ਕਰਨਗੇ, ਮਨੋਂ ਲੜਿਆ ਕਰਨਗੇ, ਤੇਰੀ ਜਿੱਤ ਕਰਵਾਇਆ ਕਰਨਗੇ,
ਪਰ ਜੇ ਤਨਖਾਹਾਂ ਹੀ ਘੱਟ ਕਰ ਦਿੱਤੀਆਂ ਤੇ ਉਹਨਾਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਹੋ ਜਾਣਾ, ਬੱਚਿਆਂ ਦੀ ਪਾਲਣਾ ਕਿਵੇਂ ਕਰੀਏ ਤੇ ਆਪਣੀ ਕਿਵੇਂ ਕਰੀਏ, ਤੇ ਫਿਰ ਉਹ ਆਪਣੇ ਪਰਿਵਾਰ ਵੱਲ ਧਿਆਨ ਦੇਣਗੇ, ਤੇਰੇ ਕੰਮਾਂ ਤੋਂ ਉਹਨੇ ਪਿੱਛੇ ਹਟ ਜਾਣਾ। ਇਸ ਕਰਕੇ ਇਹ ਗੱਲ ਚੰਗੀ ਤਰ੍ਹਾਂ ਸਮਝ ਲੈ, ਕਦੇ ਵੀ ਆਪਣੇ ਨੌਕਰ ਨੂੰ ਤਨਖਾਹ ਘੱਟ ਨਹੀਂ ਦੇਣੀ ਹੈ। ਲਗ ਬੈ ਕਾਜ ਕਰਨ ਲਗ ਪਰੈ। ਸੋ ਇਹ ਫਿਰ ਛੋਟੀ ਉਮਰ ਦੇ ਵਿੱਚ ਹੋਰ ਕੰਮ ਕਰਨ ਲੱਗ ਪੈਣਗੇ। ਇਹ ਬਾਦਸ਼ਾਹ ਸ਼ਾਹਜਹਾਨ ਕਹਿ ਰਿਹਾ, ਜੇ ਤੂੰ ਸਿਪਾਹੀਆਂ ਨੂੰ ਤਨਖਾਹ ਥੋੜੀ ਦੇਵੇਂਗਾ, ਇਹ ਆਪਣੇ ਬੱਚਿਆਂ ਨੂੰ ਸਿਪਾਹੀ ਨਹੀਂ ਬਣਾਉਣਗੇ, ਇਹਨਾਂ ਨੇ ਹੋਰ ਕੋਈ ਕੰਮ ਖੋਲ ਦੇਣੇ। ਤੇ ਜਦੋਂ ਇਹਨਾਂ ਦੇ ਬੱਚੇ ਹੋਰਾਂ ਕੰਮਾਂ ਵਿੱਚ ਲੱਗ ਗਏ, ਫੌਜੀ ਦਾ ਬੱਚਾ ਹੀ ਫੌਜ ਵਿੱਚ ਭਰਤੀ ਨਾ ਹੋਇਆ, ਤੇ ਫਿਰ ਫੌਜ ਵਿੱਚ ਭਰਤੀ ਕੌਣ ਹੋਵੇਗਾ? ਤੇਰੀ ਫੌਜ ਦੀ ਗਿਣਤੀ ਘਟ ਜਾਣੀ, ਲੋਕਾਂ ਨੇ ਆਪੋ ਆਪਣੇ ਕੰਮ ਸ਼ੁਰੂ ਕਰ ਲੈਣੇ। ਤਾਂ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਵੱਧ ਤੋਂ ਵੱਧ ਆਪਣੀ ਫੌਜ ਨੂੰ ਸਹੂਲਤਾਂ ਦੇ, ਵੱਧ ਤੋਂ ਵੱਧ ਇਹਨਾਂ ਨੂੰ ਤਨਖਾਹ ਦੇ, ਤਾਂ ਕਿ ਇਹਨਾਂ ਦੇ ਬੱਚੇ ਔਰ ਇਹਨਾਂ ਵੱਲ ਵੇਖ ਕੇ ਹੋਰ ਵੀ ਲੋਕ ਫੌਜ ਵਿੱਚ ਭਰਤੀ ਹੋਣ ਵਾਸਤੇ ਤੇਰੇ ਦਰ ਤੇ ਆ ਕੇ ਖੜਿਆ ਕਰਨ ਵੀ ਸਾਨੂੰ ਫੌਜ ਵਿੱਚ ਭਰਤੀ ਕਰੋ। ਪਰ ਜੇ ਤੂੰ ਤਨਖਾਹਾਂ ਘੱਟ ਦੇਵੇਂਗਾ, ਇਹਨਾਂ ਦੇ ਬੱਚਿਆਂ ਨੇ ਹੋਰ ਕੰਮ ਸ਼ੁਰੂ ਕਰ ਲੈਣੇ ਹਨ। ਬਿਨ ਧਨ ਇਲਮ ਕਉ ਕਿਵ ਧਰੈ। ਕਿਉਂਕਿ ਮਾਇਆ ਤੋਂ ਬਿਨਾ ਨਾ ਪੜ੍ਹਾਈ ਹੁੰਦੀ ਹੈ ਤੇ ਨਾ ਮਾਇਆ ਬਿਨਾ ਸੰਸਾਰ ਦੇ ਕੰਮ ਚੱਲਦੇ, ਤੇ ਧਨ ਤੇਰੇ ਕੋਲੋਂ ਮਿਲਣਾ ਕਿਉਂਕਿ ਉਹ ਤੇਰੀ ਨੌਕਰੀ ਕਰਦੇ ਹਨ। ਮੂਰਖ ਰਹਿ ਦੋਸ਼ ਇਹ ਭਾਰੋ। ਤੇ ਜੇ ਇਹਨਾਂ ਦੇ ਬੱਚੇ ਨਾ ਪੜ੍ਹੇ, ਅਨਪੜ੍ਹ ਰਹੇ, ਤੇ ਅਨਪੜ੍ਹ ਦਾ ਇਹ ਦੋਸ਼ ਤੇਰੇ ਤੇ ਆ ਕੇ ਲੱਗਣਾ। ਪੜ੍ਹਿਆ ਲਿਖਿਆ ਇਨਸਾਨ ਦੇਸ਼ ਦੀ ਤਰੱਕੀ ਦਾ ਕਾਰਨ ਬਣ ਜਾਂਦਾ, ਅਨਪੜ੍ਹ ਜਿਹੜਾ ਉਹ ਕੁਝ ਕਰ ਨਹੀਂ ਸਕੇਗਾ। ਇਹ ਵੀ ਦੋਸ਼, ਇਹ ਵੀ ਭਾਰ ਸਾਰਾ ਤੇਰੇ ਤੇ ਪੈਣਾ ਹੈ। ਤੇ ਘਾਟ ਕਰਨ ਧਾਰੋ। ਇਸ ਕਰਕੇ ਮੈਂ ਤੈਨੂੰ ਸਮਝਾਉਂਦਾ ਹਾਂ ਵੀ ਕਦੇ ਵੀ ਆਪਣੀ ਫੌਜ ਦੀ ਤਨਖਾਹ ਘੱਟ ਨਾ ਕਰੀ, ਇਹ ਤੂੰ ਚੰਗੀ ਤਰ੍ਹਾਂ ਬਚਨ ਸਮਝਣਾ ਕਰ। ਹਮ ਅਬ ਆਪਣੇ ਰਾਜ ਮਝਾਰੀ। ਅਸੀਂ ਹੁਣ ਆਪਣੇ ਰਾਜ ਦੇ ਵਿੱਚ ਜਿੰਨਾ ਸਾਡੇ ਕੋਲ ਰਾਜ ਹੈ, ਦੇ ਹਿੰਦੁਨ ਕੋ ਧਰਮ ਬਿਗਾਰੀ। ਤੇ ਅਸੀਂ ਉਹ ਰਾਜ ਜਿਹੜਾ ਹੈ, ਰਾਜ ਦੇ ਵਿੱਚ ਸਾਰਿਆਂ ਨੂੰ ਧਨ ਦੇ ਕੇ ਤੇ ਸਾਰਿਆਂ ਨੂੰ ਸਹੂਲਤਾਂ ਦਿੰਦੇ ਹਾਂ। ਸਮੈ ਪਾਏ ਹੋਏ ਹਿੰਦੂ ਰਾਜੇ। ਤੇ ਇਹ ਸਮਾਂ ਪਾ ਕੇ ਜਿਹੜੇ ਹਿੰਦੂ ਜਿੰਨੇ ਵੀ ਰਾਜੇ ਹਨ, ਕਰੈ ਸੋ ਤੁਰਕਨ ਸੰਗ ਕੁਕਾਜੇ। ਜੇ ਅਸੀਂ ਨਾ ਸਾਂਭਿਆ, ਜਿਵੇਂ ਤੂੰ ਆਖਦਾ ਵੀ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਜਾਂ ਮੈਂ ਹਿੰਦੂਆਂ ਨੂੰ ਨੌਕਰੀ ਤੋਂ ਕੱਢ ਦਿਆਂਗਾ, ਜੇ ਤੂੰ ਇਹ ਗੱਲ ਮਨ ਵਿੱਚ ਸੋਚ ਲਈ, ਇਹਨਾਂ ਨੇ ਆਪਣੀਆਂ ਰਿਆਸਤਾਂ ਬਣਾ ਲੈਣੀਆਂ, ਇਹਨਾਂ ਨੇ ਆਪਣੇ ਪੈਰ ਬੰਨ੍ਹ ਲੈਣੇ, ਤੂੰ ਬਾਹਰ ਦੇ ਦੁਸ਼ਮਣਾਂ ਨਾਲ ਲੜੇਗਾ ਕਿ ਅੰਦਰ ਦੇ ਦੁਸ਼ਮਣਾਂ ਨਾਲ ਜੰਗ ਕਰੇਗਾ? ਤੂੰ ਤੇ ਅੰਦਰ ਵੀ ਦੁਸ਼ਮਣ ਬਣਾ ਲੈਣੇ, ਬਾਹਰ ਵੀ ਦੁਸ਼ਮਣ ਬਣ ਜਾਣੇ, ਤੇ ਫਿਰ ਇਹ ਹਰ ਗੱਲ ਦੇ ਵਿੱਚ ਆਪਣੀ ਲੱਤ ਅੜਾਇਆ ਕਰਨਗੇ। ਕੋਈ ਵੀ ਰਿਆਸਤ ਦਾ ਰਾਜ ਦਾ ਕੰਮ ਹੋਵੇਗਾ, ਇਹ ਉਸ ਕੰਮ ਦੇ ਉਲਟ ਜਾਇਆ ਕਰਨਗੇ ਤੇ ਤਰੱਕੀ ਕੋਈ ਨਹੀਂ ਹੋਣੀ ਰਾਜ ਭਾਗ ਦੀ। ਇਹ ਤੈਨੂੰ ਤਾਂ ਆਖਿਆ ਹੈ ਕਿ ਇਹਨਾਂ ਨੂੰ ਨਾਲ ਮਿਲਾ ਕੇ ਚੱਲ, ਤਾਂ ਕਿ ਸਾਰੇ ਤੇਰੇ ਰਾਜ ਦੀ ਚੜ੍ਹਦੀ ਕਲਾ ਵਾਸਤੇ ਜਾਂ ਰਾਜ ਦੇ ਚੰਗੇ ਪੁਣੇ ਵਾਸਤੇ ਸਾਰੇ ਮਿਹਨਤ ਕਰਨਾ ਕਰਨ। ਤਾਨੇ ਸ਼ਾਹ ਬਨਿਓ ਜੇ ਰਹੈ। ਤੇ ਇਹ ਜਿਹੜਾ ਤਾਨੇ ਸ਼ਾਹ ਜੇ ਰਾਜ ਭਾਗ ਉੱਤੇ ਬੈਠਾ ਰਹਿੰਦਾ ਹੈ, ਸ਼ਹਿਨਸ਼ਾਹ ਮਹਿ ਸਭ ਕਹੈ। ਤੇ ਇਸ ਨੂੰ ਸਾਰੇ ਸ਼ਹਿਨਸ਼ਾਹ ਕਹਿੰਦੇ ਨੇ। ਤਾਨੇ ਸ਼ਾਹ ਰੋਕ ਰੱਖੇਗਾ ਆਪਣੇ ਸਾਰੇ ਦਲ ਨੂੰ। ਸੋ ਕਿਉਂਕਿ ਇਹ ਤਾਨੇ ਸ਼ਾਹ ਬੜੀ ਵੱਡੀ ਤਾਕਤ ਸੀ ਉਸ ਵੇਲੇ ਦੱਖਣ ਦੇ ਵਿੱਚ, ਬੜੀ ਵੱਡੀ ਫੌਜ ਹੈ। ਇਹਨੇ ਤਾਂ ਆਖਿਆ ਸ਼ਾਹਜਹਾਨ ਨੇ, ਤਾਨੇ ਸ਼ਾਹ ਨੂੰ ਆਪਣੇ ਨਾਲ ਮਿਲਾ ਕੇ ਰੱਖੇਗਾ, ਤੇਰੇ ਦੁਸ਼ਮਣਾਂ ਨੂੰ ਉਹਨੇ ਉੱਥੇ ਹੀ ਰੋਕ ਕੇ ਰੱਖਣਾ ਹੈ, ਤੇਰੇ ਵੱਲ ਕਿਸੇ ਨੂੰ ਉਹਨੇ ਆਉਣ ਹੀ ਨਹੀਂ ਦੇਣਾ, ਇੰਨੀ ਵਫਾਦਾਰੀ ਤੇਰੇ ਨਾਲ ਨਿਭਾਉਣੀ ਹੈ। ਪਰ ਜੇ ਤੂੰ ਉਹਦੇ ਨਾਲ ਹੀ ਦੁਸ਼ਮਣੀ ਪਾਲ ਲਈ ਤੇ ਫਿਰ ਉਹਨੇ ਵੀ ਤੇਰਾ ਦੁਸ਼ਮਣ ਬਣ ਜਾਣਾ ਹੈ। ਇੱਕ ਗੁਣ ਇਹ ਦੂਸਰ ਸੁਨਕਾਨ। ਇੱਕ ਇਹ ਤੈਨੂੰ ਗੁਣ ਦੱਸਿਆ, ਇਹ ਪਿਤਾ ਦੱਸਦਾ ਪਿਆ। ਵੇਖੋ ਪੁੱਤਰ ਤੇ ਕੈਦ ਵਿੱਚ ਪਾਉਂਦਾ ਪਿਆ, ਸਿਪਾਹੀਆਂ ਨੂੰ ਹੁਕਮ ਕਰਦਾ ਵੀ ਇਹਨੂੰ ਪਾਣੀ ਨਹੀਂ ਦੇਣਾ ਪੀਣ ਵਾਸਤੇ, ਰੋਟੀ ਨਹੀਂ ਦੇਣੀ ਖਾਣ ਵਾਸਤੇ, ਇਹਨੂੰ ਤੜਫਾ ਕੇ ਮਾਰਨਾ ਹੈ। ਪੁੱਤਰ ਤੇ ਇਹ ਯੋਜਨਾ ਬਣਾ ਰਿਹਾ, ਪਿਤਾ ਉਹਨੂੰ ਸਿੱਖਿਆ ਦਿੰਦਾ ਪਿਆ, ਕਹਿਣ ਲੱਗਾ ਇੱਕ ਗੱਲ ਤੇ ਤੈਨੂੰ ਦੱਸ ਦਿੱਤੀ ਹੈ, ਨੌਕਰਾਂ ਨੂੰ ਕਦੇ ਤਨਖਾਹ ਘੱਟ ਨਾ ਦੇਵੀਂ, ਆਪਣੇ ਸਿਪਾਹੀਆਂ ਨੂੰ ਪੂਰਾ ਪੈਸਾ ਦੇ, ਇਹ ਤੇਰੇ ਨਾਲ ਮਨੋ ਹੋ ਕੇ ਤੇਰੀ ਮਦਦ ਕਰਿਆ ਕਰਨਗੇ। ਹਿੰਦੂ ਮੁਸਲਮਾਨ ਵਿੱਚ ਫਰਕ ਨਾ ਕਰੀਂ, ਜੇ ਕਰੇਗਾ ਤੇ ਤੇਰੇ ਦੇਸ਼ ਵਿੱਚ ਹੀ ਝਗੜੇ ਪੈਦਾ ਹੋ ਜਾਣੇ। ਇਹ ਤੇ ਇੱਕ ਗੱਲ ਤੈਨੂੰ ਸਮਝਾਈ ਹੈ। ਹੁਣ ਤੈਨੂੰ ਇੱਕ ਗੱਲ ਹੋਰ ਵੀ ਮੈਂ ਦੱਸਣ ਲੱਗਾ ਹਾਂ, ਉਹ ਧਿਆਨ ਦੇ ਨਾਲ ਸੁਣਨਾ ਕਰ। ਜੋ ਦੱਖਣ ਕੋ ਦੇਸ਼ ਮਹਾਨ। ਇਹ ਦੱਖਣ ਦਾ ਜਿਹੜਾ ਰਾਜ ਭਾਗ ਹੈ ਨਾ, ਬੜਾ ਵੱਡਾ ਹੈ, ਬੜਾ ਵੱਡਾ ਇਲਾਕਾ ਹੈ। ਦੱਖਣ ਦੇ ਵਿੱਚ ਜਿੰਨੀਆਂ ਵੀ ਸਟੇਟਾਂ, ਜਿੰਨੇ ਵੀ ਰਾਜ ਹਨ, ਤਿਤ ਹੀ ਰੋਕ ਰੱਖਿਆ ਦਲ ਸਾਰੇ। ਤੇ ਸਾਰੀਆਂ ਫੌਜਾਂ ਨੂੰ ਤਾਨੇ ਸ਼ਾਹ ਨੇ ਉੱਥੇ ਰੋਕ ਕੇ ਰੱਖਣਾ। ਕਿੰਨੀ ਸੋਹਣੀ ਸਿੱਖਿਆ ਦਿੱਤੀ ਹੈ ਵੀ ਜੇ ਤੂੰ ਤਾਨੇ ਸ਼ਾਹ ਦੇ ਨਾਲ, ਉੱਥੋਂ ਦਾ ਰਾਜਾ ਸੀ ਉਸ ਵੇਲੇ ਦਾ, ਜਦੋਂ ਔਰੰਗਜ਼ੇਬ ਬੈਠਾ ਨਾ ਦਿੱਲੀ ਦੇ ਤਖਤ ਤੇ, ਉਦੋਂ ਤਾਨੇ ਸ਼ਾਹ ਇਹ ਦੱਖਣ ਦੇ ਸਾਰੇ ਰਾਜਾਂ ਨੂੰ ਸਾਂਭਦਾ। ਤੇ ਇਹ ਸ਼ਾਹਜਹਾਨ ਕਹਿ ਰਿਹਾ
ਕਹਿੰਦਾ ਵੀ ਜੇ ਤੂੰ ਤਾਨੇਸ਼ਾਹ ਦੇ ਨਾਲ ਮਿਲ ਕੇ ਰਵੇਂਗਾ ਤੈਨੂੰ ਦੱਖਣ ਵਿੱਚ ਫੌਜ ਲੈ ਕੇ ਜਾਣ ਦੀ ਲੋੜ ਨਹੀਂ ਪੈਣੀ, ਉਹਨੇ ਸਾਰਿਆਂ ਨੂੰ ਆਪੇ ਹੀ ਉੱਥੇ ਰੋਕ ਕੇ ਰੱਖਣਾ ਹੈ, ਉਹ ਇਸ ਤਰ੍ਹਾਂ ਤੇਰੀ ਮਦਦ ਕਰੇਗਾ। ਹਮ ਸੋ ਪਰੈ ਨ ਜੰਗ ਤੇ ਅਖਾਰੇ, ਸਾਡੇ ਨਾਲ ਕਦੇ ਜੰਗ ਹੋਣੀ ਨਹੀਂ। ਦੱਖਣ ਵਿੱਚ ਭਾਵੇਂ ਜਿੰਨੇ ਮੋਟੇ ਵੱਡੇ ਛੋਟੇ ਜਿੰਨੇ ਮਰਜ਼ੀ ਰਾਜੇ ਨੇ, ਪਰ ਉਹ ਸਾਡੇ ਨਾਲ ਜੰਗ ਉਹਨਾਂ ਚਿਰ ਨਹੀਂ ਕਰ ਪਾਉਣਗੇ ਜਿੰਨਾ ਚਿਰ ਤਾਨੇਸ਼ਾਹ ਦੇ ਨਾਲ ਤੂੰ ਮਿਲ ਕੇ ਚੱਲੇਗਾ। ਸਾਰਿਆਂ ਨੂੰ ਤਾਨੇਸ਼ਾਹ ਨੇ ਦਬਾ ਕੇ ਰੱਖਣਾ ਹੈ। ਇਤਿਆਦਿਕ ਜੇ ਨੀਤ ਬਤਾਈ, ਇਤਿਆਦਿਕ ਇਹ ਨੀਤੀ ਦੀਆਂ ਗੱਲਾਂ ਦੱਸੀਆਂ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ। ਇਹਨਾਂ ਗੱਲਾਂ ਦਾ ਆਪਣੀ ਜ਼ਿੰਦਗੀ ਵਿੱਚ ਤੂੰ ਧਿਆਨ ਰੱਖਣਾ ਹੈ। ਕਹੇ ਦੋਸ਼ ਗੁਣ ਤਿੰਨ ਸਮੁਦਾਈ, ਅਤੇ ਜੇ ਤੂੰ ਕਹੇਗਾ ਤੇ ਫਿਰ ਤੈਨੂੰ ਦੋਸ਼ ਆ ਕੇ ਲੱਗਣਗੇ, ਤੈਨੂੰ ਬੜੇ ਵੱਡੇ ਘਾਟੇ ਪੈਣੇ ਹਨ। ਤਉ ਨ ਮੂਰਖ ਨੇ ਮਨ ਮਾਨੇ, ਪਰ ਮੂਰਖ ਔਰੰਗਜ਼ੇਬ ਨੇ ਇੱਕ ਵੀ ਗੱਲ ਨਹੀਂ ਮੰਨੀ। ਜਿੰਨੀਆਂ ਗੱਲਾਂ ਸ਼ਾਹਜਹਾਨ ਨੇ ਕਹੀਆਂ, ਇਹਨੇ ਸਹੁੰ ਖਾ ਲਈ ਵੀ ਮੈਂ ਸਾਰੀਆਂ ਪੁੱਠੀਆਂ ਹੀ ਕਰਾਂਗਾ, ਉਲਟੀਆਂ ਹੀ ਕਰਾਂਗਾ। ਫੌਜ ਦੀ ਤਨਖਾਹ ਘਟਾ ਦਿੱਤੀ, ਦੱਖਣ ਦੇ ਰਾਜੇ ਨਾਲ ਵੈਰ ਪਾ ਲਿਆ, ਹਿੰਦੂਆਂ ਨੂੰ ਮਾਰ ਕੇ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਜਿੰਨੀਆਂ ਗੱਲਾਂ ਪਿਤਾ ਨੇ ਸਮਝਾਈਆਂ ਕੋਈ ਨਹੀਂ ਮੰਨੀ, ਸਾਰੀਆਂ ਤੋਂ ਉਲਟਾ ਹੋ ਕੇ ਚੱਲਿਆ ਹੈ। ਪਦਰ ਕਹੇ ਉਲਟੇ ਸਭ ਠਾਨੇ, ਅਤੇ ਜਿਹੜਾ ਬਚਨ ਆਖਿਆ ਨਾ ਪਿਤਾ ਨੇ ਸਮਝਾਇਆ, ਉਹ ਕਹਿਣ ਲੱਗਾ ਵੀ ਇਹਨਾਂ ਵਿੱਚੋਂ ਤੇ ਇੱਕ ਵੀ ਨਹੀਂ ਮੰਨਾਂਗਾ, ਇਹ ਸਾਰੇ ਮੈਂ ਬਿਲਕੁਲ ਵਾਸਤੇ ਮੰਨਣੇ ਨਹੀਂ ਹਨ। ਤੇ ਰਜਤ ਪਣੋ 100 ਦਰਮਾਹਾ, ਤੇ ਹੁਣ ਤਨਖਾਹ ਦੀ ਗੱਲ ਕਰਦੇ, ਕਹਿਣ ਲੱਗੇ ਵੀ ਉਸ ਵੇਲੇ ਤਨਖਾਹ ਜਿਹੜੀ ਰਜਤਪਣ ਤੋਂ ਭਾਵ ਹੁੰਦਾ ਰੁਪਈਆ, ਜਿਵੇਂ ਕਿਸੇ ਦੀ ਮੰਨ ਲਓ 1 ਰੁਪਈਆ ਤਨਖਾਹ ਹੈ ਮਹੀਨੇ ਦੀ, ਬਾਦਸ਼ਾਹ ਸ਼ਾਹਜਹਾਨ ਵੱਲੋਂ ਮਿਲਦੀ ਹੈ। ਤਬ ਤੇ 60 ਦੇਣ ਲਗਤਾ ਹਾਂ, ਤੇ ਇਸ ਨੇ 60 ਕਰ ਦਿੱਤੇ, ਕਹਿਣ ਲੱਗਾ 40 ਪੈਸੇ ਘਟਾ ਦਿਓ, ਇਹ ਫੌਜ ਨੂੰ ਬਹੁਤੀ ਤਨਖਾਹ ਮਿਲਦੀ ਹੈ, ਮੇਰੇ ਖਜ਼ਾਨੇ ਨੂੰ ਘਾਟਾ ਪੈਂਦਾ, ਏਡੀ ਵੱਡੀ ਤਨਖਾਹ ਕੀ ਦੇਣੀ ਹੈ, ਇਹ ਮੇਰੇ ਪਿਤਾ ਨੇ ਐਵੇਂ ਸਿਪਾਹੀਆਂ ਨੂੰ ਚਮਲਾਇਆ ਹੋਇਆ, ਇੰਨੀ ਤਨਖਾਹ 1 ਰੁਪਈਆ ਦਿੰਦਾ ਮਹੀਨੇ ਦਾ, ਨਹੀਂ ਰੁਪਈਆ ਜ਼ਿਆਦਾ ਹੈ, ਇਹਨਾਂ ਦੇ 60 ਪੈਸੇ ਕੀਤੇ ਜਾਣ, 40 ਪੈਸੇ ਘੱਟ ਕਰ ਦਿੱਤੇ ਜਾਣ, ਇੰਨੀ ਤਨਖਾਹ ਨਾਲ ਹੀ ਗੁਜ਼ਾਰਾ ਚੱਲ ਪੈਣਾ ਹੈ, ਐਡੀ ਵੱਡੀ ਤਨਖਾਹ ਦੀ ਕੀ ਲੋੜ ਹੈ। ਇਹ ਮੂਰਖ ਰਾਜਿਆਂ ਦੀਆਂ ਮੂਰਖ ਨੀਤੀਆਂ ਹੁੰਦੀਆਂ, ਤੇ ਉਹ ਨੀਤੀਆਂ ਫਿਰ ਜਦੋਂ ਜਨਤਾ ਤੇ ਲਾਗੂ ਕਰਦੇ, ਫਿਰ ਜਨਤਾ ਉਸ ਦਾ ਵਿਰੋਧ ਵੀ ਕਰਦੀ ਹੈ, ਹਾਹਾਕਾਰ ਮਚਦੀ ਹੈ, ਝਗੜੇ ਪੈ ਜਾਂਦੇ, ਗਦਰ ਪੈ ਜਾਂਦੇ। ਸੋ ਇਸ ਮੂਰਖ ਰਾਜੇ ਨੇ ਮਰਜ਼ੀ ਕੀਤੀ, ਤਨਖਾਹਾਂ ਘੱਟ ਕਰ ਦਿੱਤੀਆਂ। ਵਰਕਰ ਦੀ ਤਨਖਾਹ ਪੂਰੀ ਹੋਵੇਗੀ ਨਾ, ਸਗੋਂ ਉੱਪਰ ਬੋਨਸ ਵੀ ਮਿਲੇਗਾ, ਉਹ ਹੋਰ ਤਨਦੇਹੀ ਨਾਲ ਕੰਮ ਕਰੇਗਾ, ਹੋਰ ਉਸ ਕੰਮ ਨੂੰ ਅੱਗੇ ਲਿਜਾਣ ਦਾ ਯਤਨ ਕਰੇਗਾ ਵੀ ਮੈਨੂੰ ਵੀ ਇਹਦੇ ਵਿੱਚੋਂ ਬੜਾ ਕੁਝ ਮਿਲਦਾ, ਮੈਂ ਹੋਰ ਮਿਹਨਤ ਕਰਾਂ। ਤੇ ਜਿੰਨਾ ਗਲਾ ਘੁੱਟਿਆ ਜਾਏਗਾ ਉਹਨਾਂ ਚੁੱਪ ਕਰਕੇ ਉਹ ਵੀ ਬਹਿ ਜਾਵੇਗਾ ਵੀ ਚਲੋ ਜੇ ਮੈਨੂੰ ਘਾਟਾ ਤੇ ਤੁਹਾਨੂੰ ਵੀ ਤੇ ਘਾਟਾ ਪਵੇਗਾ ਨਾ, ਜੇ ਮੈਨੂੰ 100 ਪਿੱਛੇ 10 ਦਾ ਘਾਟਾ ਤੇ ਤੈਨੂੰ ਤੇ ਪੂਰੇ 100 ਦਾ ਹੀ ਪੈਣਾ। ਫਿਰ ਉਹ ਨੌਕਰ ਵੀ ਢਿੱਲਾ ਪੈ ਜਾਂਦਾ, ਪਿੱਛੇ ਹਟ ਜਾਂਦਾ, ਤੇ ਕੰਮਕਾਰ ਇਸੇ ਤਰ੍ਹਾਂ ਬਿਜ਼ਨਸ ਜਿਹੜੇ ਉਹ ਬਹਿ ਜਾਂਦੇ, ਖਤਮ ਹੋ ਜਾਂਦੇ। ਕਹਿਣ ਲੱਗੇ ਇਹ ਮੂਰਖ ਰਾਜੇ ਨੇ ਕੀ ਕੀਤਾ, ਜਿਹੜੇ ਸੈਨਾਪਤੀ ਦੀ ਤਨਖਾਹ 100 ਰੁਪਈਆ, ਕਹਿਣ ਲੱਗਾ 100 ਕੱਟ ਕੇ ਤੇ 60 ਕਰ ਦਿਓ। ਜਿਹੜੇ ਸਿਪਾਹੀ ਨੂੰ 1 ਰੁਪਈਆ ਮਿਲਦਾ, 40 ਪੈਸੇ ਕੱਟ ਕੇ ਤੇ 60 ਪੈਸੇ ਕਰ ਦਿਓ। ਇਸ ਤਰ੍ਹਾਂ ਸਾਰਿਆਂ ਦੀ ਤਨਖਾਹ ਮੰਨ ਲਓ ਕਿ ਅੱਧੀ ਕਰ ਦਿੱਤੀ। ਇਹ ਇਸ ਨੇ ਹੁਕਮ ਚਲਾਇਆ ਹੈ। ਹਿੰਦੂ ਧਰਮ ਬਹੁ ਨਰਨ ਬਿਗਾਰ, ਦੂਜਾ ਇਹਨੇ ਹੁਕਮ ਕੀਤਾ, ਕਹਿਣ ਲੱਗਾ ਵੀ ਜਿੰਨੇ ਹਿੰਦੂ ਸਿਪਾਹੀ ਨੇ ਉਹਨਾਂ ਨੂੰ ਫੌਜ ਵਿੱਚੋਂ ਕੱਢ ਦਿੱਤਾ ਜਾਵੇ। ਮੁਸਲਮਾਨ ਸਿਪਾਹੀਆਂ ਨੂੰ ਕਿਹਾ ਕਿ ਹਿੰਦੂਆਂ ਦੇ ਮੰਦਰ ਤੋੜ ਦਿਓ, ਜਿੱਥੇ ਵੀ ਹਿੰਦੂ ਮਿਲਦਾ ਕਤਲ ਕਰ ਦਿਓ। ਇਸ ਤਰ੍ਹਾਂ ਦੇ ਹੁਕਮ ਜਿਹੜੇ ਸਨ ਉਸ ਵੇਲੇ ਇਸ ਨੇ ਮੁਸਲਮਾਨ ਰਾਜਿਆਂ ਨੂੰ, ਵਜ਼ੀਰਾਂ ਨੂੰ ਤੇ ਸਿਪਾਹੀਆਂ ਨੂੰ ਉਸ ਵੇਲੇ ਦਿੱਤੇ ਹਨ। ਮਹਾਮੂੜ ਨੇ ਕੁਛ ਨਾ ਵਿਚਾਰਾ, ਇਸ ਮੂਰਖ ਨੇ ਵਿਚਾਰਿਆ ਕੁਝ ਨਹੀਂ ਵੀ ਮੈਂ ਆਪਣੇ ਪੈਰਾਂ ਤੇ ਕੁਹਾੜੀ ਆਪੇ ਮਾਰਦਾ ਪਿਆ, ਆਪਣੀ ਫੌਜ ਨੂੰ ਵੀ ਤਨਖਾਹ ਘੱਟ ਕਰਕੇ ਵੈਰੀ ਬਣਾ ਲਿਆ ਤੇ ਦੇਸ਼ ਦੇ ਲੋਕਾਂ ਨੂੰ ਵੀ ਆਪਣਾ ਵੈਰੀ ਬਣਾ ਰਿਹਾ ਹਾਂ। ਸਤਿਗੁਰ ਕਾਰਨ ਤੇ ਪਛਾਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਾਕੇ ਤੋਂ ਪਿੱਛੋਂ ਸ਼ਹੀਦੀ ਤੋਂ ਮਗਰੋਂ ਔਰ ਮੈਂ ਸੁਪਤਿਓ ਕਿਸ ਰਾਤੀ, ਤੇ ਇਹ ਫਿਰ ਦਿੱਲੀ ਵਿੱਚ ਵੀ ਨਹੀਂ ਸੌ ਸਕਿਆ। ਹੁਣ 4 ਚੁਫੇਰੇ ਵੈਰ ਪਾ ਲਿਆ ਨਾ, ਫੌਜ ਦੀ ਤਨਖਾਹ ਘੱਟ ਕਰਕੇ ਫੌਜ ਦੀ ਨਾਰਾਜ਼ਗੀ ਲੈ ਲਈ, ਮੁਸਲਮਾਨਾਂ ਦੇ ਕੋਲੋਂ ਹਿੰਦੂਆਂ ਨੂੰ ਮਰਾਉਂਦਾ, ਹਿੰਦੂਆਂ ਦੀ ਨਾਰਾਜ਼ਗੀ ਤੇ ਗੁੱਸਾ ਮੁੱਲ ਲੈ ਲਿਆ। ਇਧਰੋਂ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਤੇ ਹੁਣ ਦਿੱਲੀ ਵਿੱਚ ਨਹੀਂ ਸੌ ਸਕਦਾ। ਹੁਣ ਇਹਨੂੰ ਦਿਨੇ ਰਾਤ ਡਰ ਰਹਿੰਦਾ ਵੀ ਸੌਵਾਂ ਕਿੱਥੇ, ਕੋਈ ਮੇਰੇ ਤੇ ਰਾਤ ਨੂੰ ਹਮਲਾ ਹੀ ਨਾ ਕਰ ਦੇਵੇ, ਕੋਈ ਰਾਤ ਨੂੰ ਮੈਨੂੰ ਮਾਰ ਹੀ ਨਾ ਜਾਵੇ। ਕਹਿਣ ਲੱਗੇ ਵੀ ਇਧਰੋਂ ਸਤਿਗੁਰਾਂ ਦੀ ਸ਼ਹੀਦੀ ਹੋਈ ਹੈ, ਹੁਣ ਇਹ ਦਿੱਲੀ ਵਿੱਚ ਸੌ ਨਹੀਂ ਸਕਦਾ ਹੈ। ਇੱਕ ਪੀਰ ਇੱਕ ਦਿਨ ਚਲੇ ਆਇਓ, ਤਾਂ ਇਹ ਇੱਕ ਥਾਂ ਤੇ ਨਹੀਂ ਸੌਂਦਾ ਵੀ ਅੱਜ ਮੈਂ ਇੱਥੇ ਸੁੱਤਾ ਹਾਂ, ਕੋਈ ਭੇਤ ਪਾ ਕੇ ਕੱਲ ਨੂੰ ਮੈਨੂੰ ਕਤਲ ਹੀ ਨਾ ਕਰ ਦੇ। ਅਗਲੇ ਦਿਨ ਕਹਿੰਦਾ ਮੇਰਾ ਟਿਕਾਣਾ ਬਦਲ ਦਿਓ, ਮੈਂ ਨਵੀਂ ਥਾਂ ਤੇ ਸੌਵਾਂਗਾ। ਅਗਲੇ ਦਿਨ ਫਿਰ ਨਵੀਂ ਥਾਂ ਤੇ ਸੌਵਾਂਗਾ, ਕਿਸੇ ਨੂੰ ਭੇਤ ਨਾ ਆਵੇ,
कोई मैनू कतल ना कर सके। ये तां इनू वार वार जगह बदलनियां पैंदियां। कहन लगे एक दिन एक पीर चल के आया, कोई मुसलमान धर्म का पीर कहन लगे चल के आया है। उतरे वहर ताहे सुन पायो। उस पीर ने सुनिया भी औरंगजेब किते बाहर उतरिया होया, तो जदों उसने सुनिया है मिलने हेत नरंगा गयो। ते उस वेले औरंगजेब नू पता लगा भी कोई बहुता करनी वाला पीर, कोई मुसलमान धर्म दे विच कोई बहुता वड्डा पीर होवेगा करामाती। औरंगजेब नू पता लगा भी ये पीर आया, इनू मिलना चाहिए। कहन लगे औरंगजेब बादशाह आप उस पीर नू मिलने वास्ते गया है। इकर केब मोहरन भर लियो। ते कहन लगे भी एक इसने ना बड़ा सारा भांडा मोहरां दा भर लिया। औरंगजेब चलिया ना पीर दे दर्शन करन, पीर नू कुछ सवाल करेगा, कुछ पुछेगा। एक इसने बड़ा सारा भांडा जिहड़ा वो मोहरां दा भर लिया। कहन लगा भी सोने दियां मोहरां भर लो, ये जाके आपां पीर नू भेंट देनी है। दुतीए विखै जवाहर पाए। एक दे विच जवाहरात पा लै, हीरे पा लै। एक दे विच टोकरा मान लो टोकरी कह लवो जां कोई भांडा कह लवो, वो सोने दियां मोहरां दा भर लिया। एक भांडा इसने हीरियां दा भर लिया। इस तरह लैके चलिया है। पीर अगारी धरे बनाए। जिहड़ा पीर आया होया ਉਹਦੇ ਅੱਗੇ ਜਾ ਕੇ ਇੱਕ ਟੋਕਰਾ ਹੀਰਿਆਂ ਦਾ, ਇੱਕ ਟੋਕਰਾ ਸੋਨੇ ਦੀਆਂ ਮੋਹਰਾਂ ਦਾ ਔਰੰਗਜ਼ੇਬ ਨੇ ਜਾ ਕੇ ਰੱਖਿਆ ਹੈ। ਕਰ ਸਲਾਮ ਬੈਠੇ ਉਤੇ ਸਪਾਸ। ਤੇ ਸਲਾਮ ਕਰਕੇ ਨਮਸਕਾਰ ਕਰਕੇ ਤੇ ਕੋਲ ਬੈਠ ਗਿਆ। ਸਜਦਾ ਕਰਕੇ ਉਸ ਪੀਰ ਨੂੰ ਉਹਦੇ ਕੋਲ ਬੈਠਾ ਹੈ। ਕਰਿਓ ਬਤਾਵਨੇ ਆਪਣੋ ਤਰਾਸ। ਹੁਣ ਆਪਣਾ ਡਰ ਦੱਸਣ ਲੱਗ ਪਿਆ। ਪੀਰ ਨੇ ਪੁੱਛਿਆ ਵੀ ਕਿਵੇਂ ਆਇਆ ਔਰੰਗਜ਼ੇਬ, ਇੰਨੀ ਮਾਇਆ, ਟੋਕਰੇ ਭਰ ਕੇ ਹੀਰਿਆਂ ਦੇ ਤੇ ਇਹ ਸੋਨੇ ਦੇ ਕਾਹਦੇ ਵਾਸਤੇ। ਕਹਿਣ ਲੱਗਾ ਜੀ ਮੈਨੂੰ ਰਾਤ ਨੂੰ ਡਰ ਬੜਾ ਆਉਂਦਾ। ਆਪਣੀ ਕਰਤੂਤ ਦੱਸਣ ਲੱਗ ਪਿਆ, ਮੈਂ ਤਾਂ ਤੁਹਾਡੇ ਕੋਲ ਆਇਆ, ਮੈਨੂੰ ਡਰ ਬੜਾ ਲੱਗਦਾ, ਦਿਨੇ ਵੀ ਲੱਗਦਾ, ਰਾਤ ਨੂੰ ਵੀ ਲੱਗਦਾ ਹੈ। ਜਦੋਂ ਬੰਦਾ ਪਾਪ ਕਰਦਾ ਨਾ, ਮਾਇਆ ਭਾਵੇਂ ਕਿੰਨੀ ਵੀ ਕੋਲ ਹੋਵੇ, ਉਹ ਪਾਪ ਦੀ ਮਾਇਆ ਉਹਨੂੰ ਸੁੱਖ ਨਹੀਂ ਦਿੰਦੀ ਹੈ। ਔਰੰਗਜ਼ੇਬ ਦੇ ਕੋਲ ਮਾਇਆ ਵੇਖੋ ਕਿੰਨੀ ਹੈ, ਟੋਕਰੇ ਭਰ ਕੇ ਸੋਨੇ ਦੇ ਹੀਰਿਆਂ ਦੇ ਲੈ ਗਿਆ, ਪਰ ਸਾਰੀ ਰਾਤ ਸੌਂਦਾ ਨਹੀਂ, ਡਰਦਾ ਹੋਇਆ ਇੱਧਰ ਉੱਧਰ ਵੇਖਦਾ ਰਹਿੰਦਾ, ਕੋਈ ਮੈਨੂੰ ਇੱਧਰੋਂ ਨਾ ਕਤਲ ਕਰ ਦੇਵੇ, ਕੋਈ ਉੱਧਰੋਂ ਨਾ ਕਤਲ ਕਰ ਜਾਵੇ। ਹੁਣ ਆਪਣੀ ਇਸ ਦੁੱਖ ਨੂੰ ਦੂਰ ਕਰਨ ਵਾਸਤੇ ਪੀਰ ਦੇ ਅੱਗੇ ਟੋਕਰੇ ਭਰ ਕੇ ਰੱਖੇ ਹੀਰਿਆਂ ਦੇ ਤੇ ਸੋਨੇ ਦੇ, ਤੇ ਸਵਾਲ ਕੀਤਾ ਜੀ ਮੈਨੂੰ ਡਰ ਬੜਾ ਲੱਗਦਾ। ਪੀਰ ਇਹਦੀਆਂ ਗੱਲਾਂ ਸੁਣਦਾ ਪਿਆ। ਔਰੰਗਜ਼ੇਬ ਨੂੰ ਕੀ ਜਵਾਬ ਦਿੰਦਾ ਹੈ, ਕਿਹੜਾ ਉਹ ਮੰਤਰ ਦੱਸਦਾ ਹੈ, ਜਾਂ ਕਿਹੜੀਆਂ ਕਿਹੜੀਆਂ ਗੱਲਾਂ ਪੁੱਛੇਗਾ, ਇਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਲੇਖਾ ਕਤਹਿ ਨ ਛੁਟੀਐ।